ਤੇ ਇਸ ਟਾਈਮ ਤੇ ਅਸੀਂ ਪਹੁੰਚੇ ਹਾਂ ਜੀ ਪਿੰਡ ਮਾੜੀ ਕੰਬੋਕੇ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਮੌਜੂਦ ਇਹ ਪਿੰਡ ਡੱਲ ਤੋਂ 3 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਮਾੜੀ ਕੰਬੋਕੇ, ਜਿੱਥੋਂ ਦੇ ਕੌਮ ਦੇ ਮਹਾਨ ਜਰਨੈਲ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੌਮ ਦੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ। ਇਹ ਤੁਸੀਂ ਤਸਵੀਰ ਜਿਹੜੀ ਹੈ ਇਤਿਹਾਸ ਨੂੰ ਬਿਆਨ ਕਰਦੀ ਤਸਵੀਰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਦੇਵਾਂ। ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਮੱਸੇ ਰੰਗੜ ਵੱਲੋਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਵੇਸ਼ਵਾਂ ਨਚਾਈਆਂ ਜਾਂਦੀਆਂ ਸਨ, ਉਸ ਨੂੰ ਉਸਦੀ ਕਰਨੀ ਦਾ ਫਲ ਭੁਗਤਾਉਂਦੇ ਹੋਏ ਅਣਖੀ ਯੋਧੇ ਜਾਂ ਇਹ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਦਾ ਇਲਾਕਾ ਜਿਹੜਾ ਇਹ ਸ਼ਹੀਦਾਂ ਦਾ ਬਹੁਤਾਤ ਵਿੱਚ ਇੱਥੇ ਸ਼ਹੀਦ ਪੈਦਾ ਹੋਏ ਨੇ। ਕੌਮ ਨੂੰ ਇੱਕ ਬੜੀ ਵੱਡੀ ਸੇਧ ਜਿਹੜੀ ਹੈ ਬਾਬਾ ਸੁੱਖਾ ਸਿੰਘ ਜੀ ਦੀ ਕੁਰਬਾਨੀ ਦੇ ਰਹੀ ਹੈ। ਜਦੋਂ ਗਜਨੀ ਦੇ ਬਾਜ਼ਾਰ ਵਿੱਚ ਔਰਤ ਦਾ ਮੁੱਲ 1 ਟਕਾ ਸੀ, ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਸਿੱਖਾਂ ਦੀ ਬਹਾਦਰੀ ਦਾ, ਸਿੰਘਾਂ ਦੀ ਬਹਾਦਰੀ ਦਾ, ਕਿ ਉਹਨਾਂ ਵਿੱਚ ਕਿੰਨਾ ਜੋਸ਼ ਸੀ ਤੇ ਵੈਰੀ ਉਹਨਾਂ ਤੋਂ ਕਿੰਨੇ ਭੈ ਭੀਤ ਸਨ ਜਿਹੜੇ ਇਹਨਾਂ ਮੁੱਲ ਉਸ ਸਮੇਂ ਦਾ ਰੱਖਿਆ ਹੋਇਆ ਸੀ। ਤੇ ਬਾਬਾ ਸੁੱਖਾ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ ਉਹ ਇਥੋਂ ਲਾਹੌਰ ਲੱਗ ਗਈ ਹੈ। ਲਾਹੌਰ ਤੋਂ ਉਰਲੇ ਬੰਨੇ ਪਿੰਡ ਹੈ ਸ਼ਾਹਦਰਾ, ਕਿ ਜਿਹੜੀ ਸ਼ਹੀਦ ਦੀ ਮੌਤ ਆ ਉਹ ਕੌਮ ਦੀ ਜ਼ਿੰਦਗੀ ਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਪ੍ਰਾਈਮ। ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਇਸ ਟਾਈਮ ਤੇ ਅਸੀਂ ਪਹੁੰਚੇ ਹਾਂ ਜੀ ਪਿੰਡ ਮਾੜੀ ਕੰਬੋਕੇ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਮੌਜੂਦ ਇਹ ਪਿੰਡ ਡੱਲ ਤੋਂ 3 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਮਾੜੀ ਕੰਬੋਕੇ, ਜਿੱਥੋਂ ਦੇ ਕੌਮ ਦੇ ਮਹਾਨ ਜਰਨੈਲ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੌਮ ਦੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ। ਅਤੇ ਇਹ ਤੁਸੀਂ ਤਸਵੀਰ ਜਿਹੜੀ ਹੈ ਇਤਿਹਾਸ ਨੂੰ ਬਿਆਨ ਕਰਦੀ ਤਸਵੀਰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਦੇਵਾਂ। ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਮੱਸੇ ਰੰਗੜ ਵੱਲੋਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਵੇਸ਼ਵਾਂ ਨਚਾਈਆਂ ਜਾਂਦੀਆਂ ਸਨ, ਉਸ ਨੂੰ ਉਸਦੀ ਕਰਨੀ ਦਾ ਫਲ ਭੁਗਤਾਉਂਦੇ ਹੋਏ ਅਣਖੀ ਯੋਧੇ। ਅਤੇ ਇਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਜੇ ਕਿ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਕਿੰਨੇ ਵੱਡੇ ਯੋਧੇ, ਕੌਮ ਦੇ ਮਹਾਨ ਜਰਨੈਲ ਹੋਏ ਨੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਜੇ। ਹੋਰ ਵੀ ਜਿਹੜੀ ਜਾਣਕਾਰੀ ਹੈ, ਪ੍ਰੋਪਰ ਇਤਿਹਾਸ ਹੈ, ਪੂਰਾ ਇਤਿਹਾਸ ਇੱਥੋਂ ਦੇ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਮੌਜੂਦ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮਹਿਤਾਬ ਸਿੰਘ ਜੀ, ਉਸ ਟਾਈਮ ਤੇ ਇੱਕ ਦੋਸਤੋ ਕਹਾਵਤ ਬੜੀ ਮਸ਼ਹੂਰ ਹੋਈ ਸੀ ਕਿ ਖਾਧਾ ਪੀਤਾ ਲਾਏ ਦਾ, ਬਾਕੀ ਅਹਿਮਦ ਸ਼ਾਹ ਦਾ। ਕਿੰਨੀਆਂ ਜੰਗਾਂ ਉਸ ਟਾਈਮ ਤੇ ਬਾਬਾ ਸੁੱਖਾ ਸਿੰਘ ਜੀ ਔਰ ਮਹਿਤਾਬ ਸਿੰਘ ਜੀ ਨੇ ਲੜੀਆਂ। ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਦੇ ਵਿੱਚ ਆਏ, ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਸਾਹਮਣਾ ਜਦੋਂ ਬਾਬਾ ਸੁੱਖਾ ਸਿੰਘ ਜੀ ਦੀ ਫੌਜ ਦੇ ਨਾਲ ਹੋਇਆ, ਤਾਂ ਘੱਟ ਗਿਣਤੀ ਦੀ ਫੌਜ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਇਹਨਾਂ ਸਾਰੀਆਂ ਹੀ ਚੀਜ਼ਾਂ 'ਤੇ ਗੱਲਬਾਤ ਕਰਾਂਗੇ ਬਾਬਾ ਬਲਵਿੰਦਰ ਸਿੰਘ ਜੀ ਦੇ ਨਾਲ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਮਾੜੀ ਕੰਬੋਕੇ ਵਿਖੇ। ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਸ਼ਹੀਦ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਜੀ ਦੇ ਇਹ ਇਤਿਹਾਸਕ ਗੁਰਦੁਆਰਾ, ਅਤੇ ਇਹ ਪੂਰਾ ਇਤਿਹਾਸ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕਰਾਂਗੇ। ਆਓ ਸਾਡੇ ਨਾਲ ਬਲਵਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਦੋਸਤੋ, ਹੁਣ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸ਼ਹੀਦ ਕੌਮ ਦੇ ਮਹਾਨ ਜਰਨੈਲ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ, ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਮਾੜੀ ਕੰਬੋਕੇ ਵਿਖੇ ਮੌਜੂਦ ਹੈ। ਕੀ ਹੈ ਪੂਰਾ ਇਤਿਹਾਸ, ਬਾਬਾ ਬਲਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਦੇ ਹਾਂ ਕਿ ਪੂਰਾ ਇੱਥੋਂ ਦਾ ਇਤਿਹਾਸ ਜਿਹੜਾ ਹੈ ਕੀ ਹੈ। ਮਾੜੀ ਕੰਬੋਕੇ ਵਿਖੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਪਿੰਡ ਹੈ, ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ। ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਧੰਨਵਾਦ ਜੋ ਰੋਜ਼ਾਨਾ ਪ੍ਰਾਈਮ ਨਿਊਜ਼ RTV ਚੈਨਲ ਲੈ ਕੇ ਆਏ ਹੋ। ਇਹ ਕੌਮ ਦੇ ਮਹਾਨ ਸ਼ਹੀਦਾਂ ਦੀ ਧਰਤੀ ਹੈ। ਇਸ ਪਾਵਨ ਧਰਤੀ ਦੇ ਇਰਦ ਗਿਰਦ
ਇਸ ਸਥਾਨ ਦੇ ਲਾਗੇ ਹੋਰ ਬਹੁਤ ਸਥਾਨ ਨੇ, ਬਹੁਤ ਨਗਰ ਨੇ ਜਿਹੜੇ ਸ਼ਹੀਦਾਂ ਦੇ ਨਾਂ 'ਤੇ ਜਿੱਥੋਂ ਸ਼ਹੀਦ ਪੈਦਾ ਹੋਏ ਨੇ। ਇਹ ਤਕਰੀਬਨ ਇਲਾਕਾ ਜਿਹੜਾ ਹੈ ਇੰਨਾ ਕੁ ਇਹ ਮਾਝੇ ਦਾ ਗਿਣ ਲਈਏ ਜਾਂ ਇਹ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਦਾ ਇਲਾਕਾ ਜਿਹੜਾ ਇਹ ਸ਼ਹੀਦਾਂ ਦਾ ਬਹੁਤਾਤ ਵਿੱਚ ਇੱਥੇ ਸ਼ਹੀਦ ਪੈਦਾ ਹੋਏ ਨੇ। ਸੋ ਆਪਾਂ ਅੱਜ ਗੱਲ ਕਰ ਰਹੇ ਹਾਂ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮਹਿਤਾਬ ਸਿੰਘ ਜੀ, ਜੋ ਕੌਮ ਦੇ ਨਾਇਕ ਹੋਏ ਨੇ। ਕਿਉਂਕਿ ਭਗਤ ਤੁਲਸੀਦਾਸ ਜੀ ਕਹਿੰਦੇ ਨੇ, ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤੋਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਉਹ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਮਾਤਾ ਹਰਕੌਰ ਜੀ ਅਤੇ ਭਾਈ ਲੱਧਾ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਬਾਬਾ ਸੁੱਖਾ ਸਿੰਘ ਜੀ ਨੇ ਇਸ ਨਗਰ ਦੇ ਵਿੱਚ ਸੰਨ 1702 ਵਿੱਚ ਜਨਮ ਲਿਆ। ਅਤੇ ਜਨਮ ਤੋਂ ਲੈ ਕੇ ਬਾਬਾ ਸੁੱਖਾ ਸਿੰਘ ਜੀ ਨੇ ਜਿਹੜੀਆਂ ਮੱਲਾਂ ਮਾਰੀਆਂ ਨੇ, ਉਹ ਅੱਜ ਕੌਮ ਨੂੰ ਇੱਕ ਬੜੀ ਵੱਡੀ ਸਿਹਤ ਜਿਹੜੀ ਹੈ ਬਾਬਾ ਸੁੱਖਾ ਸਿੰਘ ਜੀ ਦੀ ਕੁਰਬਾਨੀ ਦੇ ਰਹੀ ਹੈ। ਸੋ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਬਾਬਾ ਸੁੱਖਾ ਸਿੰਘ ਜੀ ਛੋਟੀ ਅਵਸਥਾ ਤੋਂ ਹੀ ਜਿਹੜੇ ਸਨ ਬੜੇ ਫੁਰਤੀਲੇ ਸੁਭਾਅ ਦੇ ਸਨ, ਬੜੇ ਜੋਸ਼ੀਲੇ ਸਨ, ਅਤੇ ਉਹਨਾਂ ਦਾ ਜਿਹੜਾ ਨੇਚਰ ਸੀ ਉਹ ਸਿੱਖੀ ਪ੍ਰਤੀ ਅੰਦਰ ਜਜ਼ਬਾ ਭਰਿਆ ਹੋਇਆ ਸੀ। ਅਤੇ ਬਾਬਾ ਸੁੱਖਾ ਸਿੰਘ ਜੀ ਜਦੋਂ ਕੋਈ 14-15 ਸਾਲ ਦੇ ਸਨ, ਅਤੇ ਉਹਨਾਂ ਦੇ ਅੰਦਰ ਇੱਕ ਬੜੀ ਵੱਡੀ ਇਹ ਲਹਿਰ ਸੀ ਚੱਲ ਰਹੀ ਕਿ ਬਾਬਾ ਸੁੱਖਾ ਸਿੰਘ ਜੀ ਦੇ ਅੰਦਰ ਕਿ ਜਿਹੜੇ ਸਿੰਘ ਜੰਗਲਾਂ ਵਿੱਚ ਰਾਤਾਂ ਕੱਟਦੇ ਸਨ, ਜਿਹੜੇ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਸਨ, ਕਿਉਂਕਿ ਉਦੋਂ ਮੁਗਲ ਹਕੂਮਤ ਵੱਲੋਂ ਇਹ ਬੜਾ ਡੰਗ ਤੇਜ਼ ਕੀਤਾ ਹੋਇਆ ਸੀ ਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਹੈ, ਸਿੰਘ ਮਿਲਦਾ ਹੈ, ਉਹਨੂੰ ਕਤਲ ਕੀਤਾ ਜਾਵੇ, ਉਹਨੂੰ ਖ਼ਤਮ ਕੀਤਾ ਜਾਵੇ, ਜਾਂ ਉਹਦਾ ਸਿਰ ਵੱਢ ਕੇ ਪੇਸ਼ ਕੀਤਾ ਜਾਵੇ। ਅਤੇ ਉਹਦੇ ਸਿੰਘ ਦੇ ਸਿਰ ਦੇ ਜਿਹੜੇ ਪੈਸੇ ਸਨ, ਮੁੱਲ ਸੀ, ਉਹ ਮੁਗਲ ਹਕੂਮਤ ਦੇ ਕਰਿੰਦੇ ਜਿਹੜੇ ਸਨ ਸਿੱਖਾਂ ਨੂੰ ਲੱਭ ਕੇ ਉਹਨਾਂ ਦੇ ਪੈਸੇ ਵੱਟਦੇ ਸਨ। 20 ਰੁਪਈਏ, 50 ਰੁਪਈਏ, 80 ਰੁਪਈਏ ਤੱਕ ਸਿੰਘ ਦਾ ਸਿਰ ਉਦੋਂ ਵਿਕਦਾ ਸੀ ਜਦੋਂ ਗਜਨੀ ਦੇ ਬਾਜ਼ਾਰ ਵਿੱਚ ਔਰਤ ਦਾ ਮੁੱਲ 1 ਟਕਾ ਸੀ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਸਿੱਖਾਂ ਦੀ ਬਹਾਦਰੀ ਦਾ, ਸਿੰਘਾਂ ਦੀ ਬਹਾਦਰੀ ਦਾ, ਕਿ ਉਹਨਾਂ ਵਿੱਚ ਕਿੰਨਾ ਜੋਸ਼ ਸੀ ਅਤੇ ਵੈਰੀ ਉਹਨਾਂ ਤੋਂ ਕਿੰਨੇ ਭੈ ਭੀਤ ਸਨ ਜਿਹੜੇ ਇਹਨਾਂ ਮੁੱਲ ਉਸ ਸਮੇਂ ਦਾ ਰੱਖਿਆ ਹੋਇਆ ਸੀ। ਸੋ ਬਾਬਾ ਸੁੱਖਾ ਸਿੰਘ ਜੀ ਦੀ ਜੇ ਗੱਲ ਕਰੀਏ ਤਾਂ ਉਹ ਇੱਕ ਮਹਾਨ ਤਪੱਸਵੀ ਵੀ ਹੋਏ ਨੇ, ਮਹਾਨ ਯੋਧੇ ਹੋਏ ਨੇ। ਜਦੋਂ ਬਾਬਾ ਸੁੱਖਾ ਸਿੰਘ ਜੀ ਇਸ ਅਵਸਥਾ ਵਿੱਚ ਸਨ, 15 ਕੁ ਸਾਲ ਦੇ ਸਨ, ਅਤੇ ਬਾਬਾ ਸੁੱਖਾ ਸਿੰਘ ਜੀ ਅਕਸਰ ਘਰ ਤੋਂ ਨਿਕਲ ਕੇ ਅਤੇ ਸ਼ਹੀਦਾਂ ਦੀ ਜਿਹੜੇ ਕੌਮ ਦੀ ਸੇਵਾ ਕਰਦੇ ਨੇ, ਉਹਨਾਂ ਸ਼ਹੀਦਾਂ ਵਾਸਤੇ ਪ੍ਰਸ਼ਾਦਾ ਤਿਆਰ ਕਰਦੇ ਸਨ। ਉਹਨਾਂ ਦਾ ਪ੍ਰਸ਼ਾਦਾ, ਉਹਨਾਂ ਨੂੰ ਜਲ ਪਾਣੀ, ਉਹਨਾਂ ਦੀ ਮੁੱਠੀ ਚਾਪੀ ਕਰਨੀ, ਅਤੇ ਜਿੱਥੇ ਵੀ ਕੋਈ ਸੇਵਾ ਮਿਲਣੀ, ਜਿਸ ਤਰ੍ਹਾਂ ਦੀ ਵੀ ਸੇਵਾ ਮਿਲਣੀ, ਬਾਬਾ ਸੁੱਖਾ ਸਿੰਘ ਜੀ ਛੋਟੀ ਅਵਸਥਾ ਤੋਂ ਇਸ ਸੇਵਾ ਵਿੱਚ ਜੁਟੇ ਹੋਏ ਸਨ। ਅਤੇ ਅਕਸਰ ਜਦੋਂ ਇਹ ਚੀਜ਼ ਨਿਕਲ ਕੇ ਆਉਂਦੀ ਸੀ ਪਿੰਡਾਂ ਵਿੱਚੋਂ ਕਿ ਜੇ ਕੋਈ ਬੀਬੀ ਕਿਸੇ ਨੂੰ ਪੁੱਛਦੀ ਸੀ, ਜੇ ਉਹਦੇ 4 ਪੁੱਤਰ ਸਨ ਅਤੇ ਜੇ ਇੱਕ ਸਿੰਘ ਬਣ ਜਾਂਦਾ ਸੀ ਜਾਂ ਅੰਮ੍ਰਿਤ ਛਕ ਲੈਂਦਾ ਸੀ, ਅਤੇ ਉਹਨੂੰ ਪੁੱਛਿਆ ਜਾਂਦਾ ਸੀ ਬੀਬੀ ਨੂੰ ਕਿ ਤੇਰੇ ਕਿੰਨੇ ਬੱਚੇ ਨੇ, ਅਤੇ ਉਹ ਬੀਬੀ ਇਹ ਦੱਸਦੀ ਹੁੰਦੀ ਸੀ ਕਿ ਹੈ ਤਾਂ 4 ਸੀ ਪਰ ਹੁਣ 3 ਰਹਿ ਗਏ ਨੇ। ਕੀ ਕਾਰਨ? ਕਿ ਜਿਹੜਾ ਅਜੇ ਜਿਉਂਦਾ ਹੈ, ਅਜੇ ਉਹ ਸ਼ਹੀਦ ਨਹੀਂ ਹੋਇਆ, ਉਹ ਖਤਮ ਨਹੀਂ ਹੋਇਆ, ਪਰ ਉਹਨੂੰ ਸ਼ਹੀਦਾਂ ਦੀ ਕਤਾਰ ਵਿੱਚ ਜਿਉਂਦਿਆਂ ਹੀ ਗਿਣਿਆ ਜਾਂਦਾ ਸੀ। ਇਹਨਾਂ ਮੁਗਲ ਹਕੂਮਤ ਦਾ ਡੰਗ ਉਦੋਂ ਤੇਜ਼ ਸੀ ਕਿ ਜਿਹੜਾ ਸਿੰਘ ਬਣ ਗਿਆ, ਜਿਹੜਾ ਸਿੱਖ ਬਣ ਗਿਆ, ਜਿਹੜਾ ਇਸ ਰਾਹ 'ਤੇ ਤੁਰ ਗਿਆ, ਉਹ ਖਤਮ ਹੋ ਗਿਆ। ਇਸ ਵਾਸਤੇ ਉਦੋਂ ਇੰਨਾ ਜ਼ਿਆਦਾ ਜਿਹੜਾ ਇਹ ਮੁਗਲਾਂ ਦਾ ਜਿਹੜਾ ਡੰਗ ਸੀ, ਸਿੱਖਾਂ ਪ੍ਰਤੀ ਨਫ਼ਰਤ ਸੀ, ਉਹ ਇੰਨੀ ਤੇਜ਼ ਸੀ। ਪਰ ਜਿਹੜੇ ਸਿੰਘ ਸਨ ਉਸ ਸਮੇਂ ਦੇ ਜਿਹੜੇ ਆਪਣੇ ਆਪ ਨੂੰ ਅੰਦਰੋਂ ਇੰਨਾ ਮਜ਼ਬੂਤ ਕਰ ਰੱਖਿਆ ਸੀ, ਜਿਨ੍ਹਾਂ ਨੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਸਿੰਘ
ਬੇਝਿਜਕ ਹੋ ਕੇ ਜ਼ਬਰ ਦਾ ਜ਼ੁਲਮ ਦਾ ਜਿਹੜਾ ਮੁਕਾਬਲਾ ਸੀ ਉਹ ਸਬਰ ਦੇ ਨਾਲ ਕਰਦੇ ਰਹੇ। ਜਦੋਂ ਇਹ ਲਹਿਰ ਚੱਲਦੀ ਸੀ ਤੇ ਬਾਬਾ ਸੁੱਖਾ ਸਿੰਘ ਜੀ ਦੇ ਘਰ ਦੇ ਜਿਹੜੇ ਸਨ ਉਹ ਚਿੰਤਤ ਸੀ ਕਿ ਕਿਵੇਂ ਨਾ ਕਿਵੇਂ ਬਾਬਾ ਸੁੱਖਾ ਸਿੰਘ ਜੀ 2 ਭਰਾ ਸਨ। ਬਾਬਾ ਸੁੱਖਾ ਸਿੰਘ ਜੀ ਦਾ ਇੱਕ ਭਰਾ ਭਾਈ ਲੱਖਾ ਸਿੰਘ ਜੀ ਸੀ। ਸੋ ਬਾਬਾ ਸੁੱਖਾ ਸਿੰਘ ਜੀ ਜਦੋਂ ਇਸ ਲਹਿਰ ਵਿੱਚ ਹਿੱਸਾ ਲੈਂਦੇ ਸਨ, ਪ੍ਰਸ਼ਾਦਾ ਪਾਣੀ ਛਕਾਉਂਦੇ ਸਨ, ਤੇ ਘਰਦਿਆਂ ਨੂੰ ਇਹ ਚਿੰਤਾ ਹੋਣ ਲੱਗੀ ਕਿ ਕਿਧਰੇ ਸਾਡਾ ਪੁੱਤਰ ਵੀ ਬਾਗੀ ਨਾ ਹੋ ਜਾਵੇ, ਉਸ ਜਥੇ ਵਿੱਚ ਨਾ ਰਲ ਜਾਵੇ, ਇਹਦੇ ਕੇਸ ਕਤਲ ਕੀਤੇ ਜਾਣ। ਇਹ ਵਿਉਂਤ ਜਿਹੜੀ ਸੀ ਘਰਦਿਆਂ ਨੇ ਅਪਣਾਈ ਕਿ ਇਸ ਵਿਉਂਤ ਨਾਲ ਇਹਨੂੰ ਇੱਧਰੋਂ ਵਰਜਿਆ ਜਾ ਸਕਦਾ ਹੈ। ਉਸ ਤਰ੍ਹਾਂ ਇਹ ਬਾਬਾ ਸੁੱਖਾ ਸਿੰਘ ਜੀ ਜਿਹੜੇ ਨੇ ਉਹ ਇਹ ਪਿੱਛੇ ਨਹੀਂ ਹਟਣਗੇ। ਸੋ ਇਹ ਜਿਹੜੀ ਇਸ ਨੂੰ ਅੰਜਾਮ ਦੇਣ ਵਾਸਤੇ ਇਸ ਵਿਉਂਤ ਨੂੰ ਬਾਬਾ ਸੁੱਖਾ ਸਿੰਘ ਜੀ ਦੇ ਪਦਾਰਥ ਵਿੱਚ, ਖਾਣੇ ਵਿੱਚ ਜਦੋਂ ਸ਼ਾਮ ਨੂੰ ਪ੍ਰਸ਼ਾਦਾ ਛਕਦੇ ਨੇ, ਸਬਜ਼ੀ ਵਿੱਚ ਕੋਈ ਨਸ਼ੀਲੀ ਵਸਤੂ ਪਾ ਦਿੰਦੇ ਨੇ। ਕਈਆਂ ਨੇ ਜ਼ਿਕਰ ਕੀਤਾ ਹੈ ਕਿ ਭੰਗ ਜਿਹੜੀ ਸੀ ਘੋਟ ਕੇ ਉਸ ਸਬਜ਼ੀ ਵਿੱਚ ਪਾਈ ਗਈ ਅਤੇ ਬਾਬਾ ਸੁੱਖਾ ਸਿੰਘ ਜੀ ਬੇਹੋਸ਼ ਹੋ ਗਏ। ਜਦੋਂ ਰਾਤ ਸੌਂਦੇ ਨੇ, ਬੇਹੋਸ਼ੀ ਦੀ ਹਾਲਤ ਵਿੱਚ ਸੁੱਤੇ ਨੇ ਅਤੇ ਉਹਨਾਂ ਦੇ ਕੇਸ ਜਿਹੜੇ ਨੇ ਕਤਲ ਕੀਤੇ ਜਾਂਦੇ ਨੇ। ਸੋ ਬਾਬਾ ਸੁੱਖਾ ਸਿੰਘ ਜੀ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ ਅਤੇ ਆਪਣੇ ਸਿਰ 'ਤੇ ਹੱਥ ਫੇਰਦੇ ਨੇ ਅਤੇ ਜਿਹੜੀ ਦਸਤਾਰ, ਜਿਹੜਾ ਜੂੜਾ ਸਿਰ 'ਤੇ ਸੀ ਉਹ ਹੁਣ ਨਜ਼ਰ ਨਹੀਂ ਆਉਂਦਾ। ਜਦੋਂ ਇਸ ਤਰ੍ਹਾਂ ਹੱਥ ਫੇਰਿਆ ਅਤੇ ਇਹ ਸਿੱਖੀ ਜਿਹੜੀ ਮੋਹਰ ਸੀ ਗੁਰੂ ਦੀ ਨਜ਼ਰ ਨਹੀਂ ਆਈ, ਅਤੇ ਜਿਸ ਤਰ੍ਹਾਂ ਇੱਕ ਬਿਜਲੀ ਦਾ ਕਰੰਟ ਪੈਂਦਾ, ਝਟਕਾ ਲੱਗਦਾ, ਇਸ ਤਰ੍ਹਾਂ ਬਾਬਾ ਸੁੱਖਾ ਸਿੰਘ ਜੀ ਨੂੰ ਉਸ ਸਮੇਂ ਝਟਕਾ ਲੱਗਾ ਕਿ ਇਹ ਜਿਹੜਾ ਹੈ ਮੇਰੇ ਨਾਲ ਕੀ ਬਣਿਆ। ਬਾਬਾ ਸੁੱਖਾ ਸਿੰਘ ਜੀ ਨੇ ਇੱਕਦਮ ਇੱਧਰ ਉੱਧਰ ਵੇਖਿਆ ਅਤੇ ਆਪਣੇ ਸਿਰ 'ਤੇ ਹੱਥ ਫੇਰ ਕੇ ਵੇਖਦੇ ਨੇ ਕਿ ਮੇਰੇ ਕੇਸ ਜਿਹੜੇ ਨੇ ਕਿੱਧਰ ਗਏ। ਜਿਸ ਤਰ੍ਹਾਂ ਇੱਕ ਲੋਗੋ ਹੁੰਦਾ ਹੈ, ਕਿਸੇ ਵੀ ਚੀਜ਼ ਦਾ ਲੋਗੋ ਲੱਗਾ ਹੋਵੇ, ਉਹਦੀ ਅਹਿਮੀਅਤ ਹੁੰਦੀ ਆ, ਉਹਦੀ ਕੀਮਤ ਹੁੰਦੀ ਆ, ਉਹਦੀ ਮੋਹਰ ਦੀ ਕੀਮਤ ਹੁੰਦੀ ਆ। ਜੇ ਲੋਗੋ ਨਾ ਹੋਵੇ ਅਤੇ ਉਹ ਨਕਲੀ ਚੀਜ਼ ਗਿਣੀ ਜਾਂਦੀ ਆ, ਉਹਨੂੰ ਅਸਲੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਉਹਦਾ ਕੋਈ ਮੁੱਲ ਨਹੀਂ ਪੈਂਦਾ। ਇਸ ਵਾਸਤੇ ਇਹ ਇੱਕ ਕੇਸ ਜਿਹੜੇ ਨੇ ਗੁਰੂ ਦੀ ਮੋਹਰ ਨੇ, ਅਤੇ ਸਤਿਗੁਰੂ ਜੀ ਦੀ ਮੋਹਰ ਨੂੰ ਆਪਣੇ ਸਿਰ 'ਤੇ ਹਟਿਆ ਹੋਇਆ ਵੇਖ ਕੇ ਜਦੋਂ ਆਪਣੇ ਸਿਰ 'ਤੇ ਨਜ਼ਰ ਨਾ ਆਈ ਬਾਬਾ ਸੁੱਖਾ ਸਿੰਘ ਜੀ ਨੂੰ ਇਹ ਗੁਰੂ ਦੀ ਮੋਹਰ, ਅਤੇ ਉਹ ਕੁਰਲਾ ਉੱਠਦੇ ਨੇ। ਬਾਬਾ ਸੁੱਖਾ ਸਿੰਘ ਜੀ ਦੇ ਮਨ ਵਿੱਚ ਜਿਹੜਾ ਇੱਕ ਇਸ ਤਰ੍ਹਾਂ ਦੀ ਚੀਜ਼ ਪੈਦਾ ਹੋਈ ਕਿ ਜੇ ਮੋਹਰ ਨਹੀਂ ਰਹੀ ਅਤੇ ਮੈਂ ਇਹ ਜੀਵਨ ਜਿਹੜਾ ਹੈ ਇਸ ਨੂੰ ਇੱਥੇ ਖ਼ਤਮ ਕਰਨਾ ਚਾਹੁੰਦਾ ਹਾਂ ਕਿ ਇਹ ਜੀਵਨ ਦਾ ਕੋਈ ਹੱਕ ਨਹੀਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਬਾਬਾ ਸੁੱਖਾ ਸਿੰਘ ਜੀ ਨੇ ਜੀਣਾ ਜਿਹੜਾ ਸੀ ਉਹ ਠੀਕ ਨਾ ਸਮਝਿਆ ਅਤੇ ਪਿੰਡ ਦੇ ਲਹਿੰਦੇ ਬੰਨੇ ਆਣ ਕੇ ਬਾਬਾ ਸੁੱਖਾ ਸਿੰਘ ਜੀ ਖੂਹ ਵਿੱਚ ਛਾਲ ਮਾਰ ਦਿੰਦੇ ਨੇ। ਉਸ ਖੂਹ ਵਿੱਚ ਛਾਲ ਜਦੋਂ ਵੱਜਦੀ ਹੈ ਅਤੇ ਆਪਾਂ ਅਕਸਰ ਵੇਖਦੇ ਹਾਂ ਕਿ ਜਦੋਂ ਖੂਹ ਵਿੱਚ ਕੋਈ ਚੀਜ਼ ਸੁੱਟੀ ਜਾਵੇ ਅਤੇ ਉਹਦਾ ਖੜਕਾ ਜਿਹੜਾ ਬਹੁਤਾ ਹੁੰਦਾ ਹੈ। ਜਦੋਂ ਖੂਹ ਦੇ ਵਿੱਚ ਬਾਬਾ ਸੁੱਖਾ ਸਿੰਘ ਜੀ ਛਾਲ ਮਾਰਦੇ ਨੇ ਅਤੇ ਖੜਾਕ ਹੁੰਦਾ ਹੈ ਅਤੇ ਪਿੰਡ ਦੇ ਲੋਕ ਵੀ ਇੱਧਰ ਨੂੰ ਦੌੜਦੇ ਨੇ, ਘਰ ਦੇ ਵੀ ਦੌੜਦੇ ਨੇ। ਜਦੋਂ ਬਾਬਾ ਸੁੱਖਾ ਸਿੰਘ ਜੀ ਘਰੋਂ ਦੌੜੇ ਨੇ ਅਤੇ ਘਰ ਦੇ ਵੀ ਮਗਰ ਦੌੜਦੇ ਨੇ, ਅਤੇ ਬਾਬਾ ਸੁੱਖਾ ਸਿੰਘ ਜੀ ਸਿੱਧੇ ਹੀ ਆਣ ਕੇ ਇਸ ਲਹਿੰਦੇ ਬੰਨੇ ਪਿੰਡ ਦੇ ਖੂਹ ਵਿੱਚ ਛਾਲ ਮਾਰ ਦਿੰਦੇ ਨੇ। ਅਤੇ ਪਿੰਡ ਦੇ ਲੋਕ ਜਿਹੜੇ ਨੇ ਹੈਰਾਨ ਹੋ ਕੇ ਵੇਖਦੇ ਨੇ ਕਿ ਕੀ ਮਤਲਬ ਕਾਰਨ ਬਣਿਆ ਕਿ ਜਿਹੜਾ ਇਸ ਖੂਹ ਦੇ ਵਿੱਚ ਇਸ ਨੌਜਵਾਨ ਨੇ ਛਾਲ ਮਾਰੀ ਆ। ਕਿਉਂਕਿ ਕਾਰਨ ਜੇ ਅੱਜ ਵੇਖੀਏ, ਅੱਜ ਦੇ ਹਾਲਾਤ ਜਿਸ ਤਰ੍ਹਾਂ ਦੇ ਨੇ ਕਿ ਸਿੱਖੀ ਪ੍ਰਤੀ ਅਜੋਕੇ ਸਮੇਂ ਦੀ ਗੱਲ ਕਰੀਏ ਅਤੇ ਨੌਜਵਾਨ ਜਿਹੜੇ ਪਤਿਤ ਹੋ ਰਹੇ ਨੇ, ਇਹ ਬੜਾ ਵੱਡਾ ਮੈਸੇਜ ਸੀ ਇੱਕ ਬਾਬਾ ਸੁੱਖਾ ਸਿੰਘ ਜੀ ਦਾ। ਕਿਉਂਕਿ ਕਈ ਵਾਰੀ ਉਹ ਗੱਲ ਵਿੱਚ ਵਲ ਰਹਿ ਜਾਂਦਾ ਹੈ ਕਿ ਬਾਬਾ ਸੁੱਖਾ ਸਿੰਘ ਜੀ ਨੇ ਖੂਹ ਵਿੱਚ ਛਾਲ ਮਾਰ ਦਿੱਤੀ, ਪਰ ਕਿਉਂ ਮਾਰੀ, ਇਸ ਚੀਜ਼ ਨੂੰ ਥੋੜ੍ਹਾ ਜਿਹਾ ਉਹ ਘੇੜਨਾ ਪੈਂਦਾ ਹੈ, ਇਸ ਚੀਜ਼ ਨੂੰ ਫਰੋਲਣਾ ਪੈਂਦਾ ਹੈ ਕਿ ਬਾਬਾ ਸੁੱਖਾ ਸਿੰਘ ਜੀ ਨੇ ਛਾਲ ਕਿਉਂ ਮਾਰੀ। ਅਜੋਕੇ ਸਮੇਂ ਵਿੱਚ ਜਿਹੜੇ ਨੌਜਵਾਨ ਨੇ ਉਹ ਪਤਿਤ ਹੋ ਰਹੇ ਨੇ, ਆਪਣੇ ਕੇਸ ਕਟਾ ਰਹੇ ਨੇ। ਹੋ ਸਕਦਾ ਹੈ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਕੋਈ ਨੌਜਵਾਨ ਮਿਲਣ ਜਿਹੜੇ ਜੂੜਾ ਰੱਖਣ ਤੋਂ ਖੂਹ ਵਿੱਚ ਛਾਲ ਮਾਰ ਸਕਦੇ ਨੇ ਕਿ ਜੇ ਮੈਨੂੰ ਕੇਸ ਨਾ ਕਟਾਉਣ ਦਿੱਤੇ ਤਾਂ ਮੈਂ ਮਰ ਜਾਵਾਂਗਾ। ਇਸ ਤਰ੍ਹਾਂ ਦੇ ਨੌਜਵਾਨ ਕਈ ਤੁਹਾਨੂੰ ਮਿਲ ਸਕਦੇ ਨੇ।
ਪਰ ਉਸ ਸਮੇਂ ਜਿਹੜਾ ਬਾਬਾ ਸੁੱਖਾ ਸਿੰਘ ਜੀ ਸੀ, ਉਹਨਾਂ ਨੇ ਆਪਣੇ ਸਿਰ ਤੋਂ ਕੇਸ ਕੱਟੇ, ਜਿਹੜੇ ਇੰਨੇ ਉਹ ਉਸ ਚੀਜ਼ ਨੂੰ ਦਿਲ 'ਤੇ ਲਾਇਆ ਕਿ ਜੇ ਮੇਰੇ ਕੋਲ ਗੁਰੂ ਦੀ ਮੋਹਰ ਨਹੀਂ ਰਹੀ ਤੇ ਜੀਣ ਦਾ ਕੋਈ ਹੱਕ ਨਹੀਂ। ਬਾਬਾ ਸੁੱਖਾ ਸਿੰਘ ਜੀ ਨੇ ਛਾਲ ਮਾਰ ਕੇ ਆਪਣੇ ਆਪ ਨੂੰ ਖ਼ਤਮ ਕਰਨਾ ਚਾਹਿਆ। ਸੋ ਬਾਬਾ ਸੁੱਖਾ ਸਿੰਘ ਜੀ ਉਸ ਖੂਹ ਵਿੱਚ ਛਾਲ 'ਤੇ ਮਾਰਦੇ ਨੇ, ਪਰ ਪਾਣੀ ਜਿਹੜਾ ਖੂਹ ਵਿੱਚ ਉਹ ਥੋੜ੍ਹਾ ਸੀਗਾ, ਅਤੇ ਬਾਬਾ ਸੁੱਖਾ ਸਿੰਘ ਜੀ ਨੂੰ ਉਹ ਪਾਣੀ ਖੂਹ ਦਾ ਡੋਬ ਨਹੀਂ ਸਕਿਆ। ਅਤੇ ਪਿੰਡ ਦੀ ਜਿਹੜੀ ਸੰਗਤ ਸੀ, ਖੂਹ ਦੀ ਮਣ 'ਤੇ ਖਲੋ ਕੇ ਆਵਾਜ਼ਾਂ ਦਿੰਦੇ ਨੇ, ਰੱਸੇ ਸੁੱਟਦੇ ਨੇ ਥੱਲੇ ਕਿ ਤੁਸੀਂ ਬਾਹਰ ਆ ਜਾਓ, ਪਰ ਬਾਬਾ ਸੁੱਖਾ ਸਿੰਘ ਜੀ ਉਸ ਖੂਹ ਦੇ ਵਿੱਚੋਂ ਬਾਹਰ ਨਹੀਂ ਆਉਂਦੇ। ਨੌਜਵਾਨ ਖੂਹ ਦੇ ਵਿੱਚ ਕੁੱਦਿਆ ਹੋਇਆ ਵੇਖ ਕੇ ਇੱਕ ਬਜ਼ੁਰਗ ਖੂਹ ਦੀ ਮਣ 'ਤੇ ਖਲੋ ਕੇ ਫਿਰ ਬੋਲੀ ਮਾਰਦਾ ਹੈ ਕਿ ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੇ ਆਖੀਏ, ਦਰਗੇ ਪਾਵੇ ਸਾਚੀ ਮਾਣੋ। ਅਤੇ ਇਹ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਸਤਿਗੁਰੂ ਜੀ ਦੀਆਂ ਉਹ ਉਹਦੇ ਦਿਲ 'ਤੇ ਲੱਗੀਆਂ। ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨ ਛਾੜੈ ਖੇਤ। ਉਹ ਉਸ ਬਜ਼ੁਰਗ ਨੇ ਖੂਹ ਦੀ ਮਣ 'ਤੇ ਖਲੋ ਕੇ ਇਹ ਬਾਬਾ ਸੁੱਖਾ ਸਿੰਘ ਜੀ ਨੂੰ ਇਹ ਆਵਾਜ਼ ਦਿੱਤੀ ਕਿ ਜੇ ਆਪਣੇ ਆਪ ਨੂੰ ਖ਼ਤਮ ਕਰਨਾ ਹੈ, ਮਰਨਾ ਹੈ, ਅਤੇ ਮੁਗਲਾਂ ਨਾਲ ਜੂਝ ਕੇ ਮਰ, ਜਿਨ੍ਹਾਂ ਨੇ ਸਿੰਘਾਂ ਦਾ ਜੀਣਾ ਹਰਾਮ ਕੀਤਾ ਹੈ, ਜਿਹੜੇ ਸਾਡੇ ਘਰ ਘਾਟ ਢਾਹ ਰਹੇ ਨੇ, ਉਹਨਾਂ ਨੂੰ ਸੋਧ ਕੇ ਮੈਦਾਨੇ ਜੰਗ ਵਿੱਚ ਸ਼ਮਸ਼ੀਰ ਚਲਾ ਕੇ, ਤੇਗ ਚਲਾ ਕੇ, ਉਹਨਾਂ ਨਾਲ ਲੋਹਾ ਲੈ ਕੇ ਆਪਣੇ ਆਪ ਨੂੰ ਖ਼ਤਮ ਕਰ। ਇਸ ਤਰ੍ਹਾਂ ਜਿਹੜਾ ਇਹ ਜਾਣਾ ਹੈ, ਜਗਤ ਤੋਂ ਆਤਮ ਘਾਤੀ ਹੈ ਜਗਤ ਕਸਾਈ, ਇਹ ਆਤਮ ਹੱਤਿਆ ਵਾਲਾ ਜਿਹੜਾ ਇਹ ਰੋਗ ਹੈ, ਦੋਸ਼ ਹੈ, ਇਹ ਨਹੀਂ ਕਰਨਾ ਚਾਹੀਦਾ। ਬਾਬਾ ਸੁੱਖਾ ਸਿੰਘ ਜੀ ਦੇ ਇਹ ਦਿਲ 'ਤੇ ਗੱਲ ਲੱਗੀ ਅਤੇ ਬਾਬਾ ਸੁੱਖਾ ਸਿੰਘ ਜੀ ਖੂਹ ਦੇ ਵਿੱਚੋਂ ਰੱਸੇ ਨੂੰ ਫੜ ਕੇ ਅਤੇ ਫਿਰ ਬਾਹਰ ਆ ਗਏ। ਜਦੋਂ ਫਿਰ ਬਾਹਰ ਆਉਂਦੇ ਨੇ ਬਾਬਾ ਸੁੱਖਾ ਸਿੰਘ ਜੀ, ਅਤੇ ਜਿਸ ਅਸਥਾਨ 'ਤੇ ਆਪਾਂ ਅੱਜ ਬੈਠੇ ਹਾਂ, ਗੁਰਦੁਆਰਾ ਢਾਬ ਸਾਹਿਬ, ਇਸ ਪਾਵਨ ਅਸਥਾਨ 'ਤੇ ਬਾਬਾ ਸੁੱਖਾ ਸਿੰਘ ਜੀ ਖੂਹ ਦੇ ਵਿੱਚੋਂ ਨਿਕਲ ਕੇ ਅਤੇ ਸਿੱਧੇ ਇੱਥੇ ਆਉਂਦੇ ਨੇ। ਇੱਥੇ ਨੰਬਰਦਾਰਾਂ ਦੀ ਘੋੜੀ ਜਿਹੜੀ ਉਹ ਅਕਸਰ ਚਰਿਆ ਕਰਦੀ ਸੀ, ਪਾਣੀ ਦੀ ਢਾਬ ਸੀ, ਅਤੇ ਢਾਬ 'ਤੇ ਜੇ ਸੁੱਕੇ ਥਾਂ 'ਤੇ ਜਿਹੜੀ ਘੋੜੀ ਸੀ ਉਹ ਅਕਸਰ ਬਾਬਾ ਸੁੱਖਾ ਸਿੰਘ ਜੀ ਵੇਖਦੇ ਸਨ, ਅਤੇ ਉਸ ਘੋੜੀ ਨੂੰ ਖੱਬੀ ਦੇ ਕੇ ਬਾਬਾ ਸੁੱਖਾ ਸਿੰਘ ਜੀ ਇਸ ਪਾਵਨ ਅਸਥਾਨ ਤੋਂ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਉਹਨਾਂ ਦੇ ਜਥੇ ਵਿੱਚ ਜਾ ਕੇ ਭਰਤੀ ਹੋ ਜਾਂਦੇ ਨੇ। ਜਾਕਰ ਜਿਹੜੇ ਡੇਰੇ ਸੀ ਬਾਬਾ ਸ਼ਾਮ ਸਿੰਘ ਜੀ ਦੇ, ਉਹਨਾਂ ਦੇ ਵਿੱਚ ਜਾ ਕੇ ਰਲ ਜਾਂਦੇ ਨੇ, ਅਤੇ ਬਾਬਾ ਸ਼ਾਮ ਸਿੰਘ ਜੀ ਨੂੰ ਫਤਿਹ ਬੁਲਾਉਂਦੇ ਨੇ। ਅਤੇ ਜੋ ਉਹਨਾਂ ਨਾਲ ਬੀਤੀ ਸੀਗੀ ਬਾਬਾ ਸੁੱਖਾ ਸਿੰਘ ਜੀ ਨਾਲ, ਜਿਸ ਤਰ੍ਹਾਂ ਘਰਦਿਆਂ ਨੇ ਜਾਂ ਪਿੰਡ ਦੇ ਆਂਢ ਗੁਆਂਢ ਨੇ ਬਾਬਾ ਸੁੱਖਾ ਸਿੰਘ ਜੀ ਦੇ ਇਸ ਪਾਸੋਂ ਵਰਜਨ 'ਤੇ ਕੇਸ ਕਤਲ ਕੀਤੇ ਸਨ, ਸਾਰੀ ਵਾਰਤਾ ਬਾਬਾ ਸ਼ਾਮ ਸਿੰਘ ਜੀ ਨੂੰ ਬਾਬਾ ਸੁੱਖਾ ਸਿੰਘ ਜੀ ਨੇ ਦੱਸੀ। ਅਤੇ ਬਾਬਾ ਸ਼ਾਮ ਸਿੰਘ ਜੀ ਨੇ ਬਾਬਾ ਸੁੱਖਾ ਸਿੰਘ ਜੀ ਨੂੰ ਆਪਣੇ ਗਲ ਨਾਲ ਲਾਇਆ, ਧਰਮ ਦਾ ਪੁੱਤਰ ਬਣਾਇਆ, ਥਾਪੜਾ ਦਿੱਤਾ, ਸਿਰ 'ਤੇ ਹੱਥ ਫੇਰਿਆ। ਫਿਰ ਜਿਹੜੀ ਖੰਡੇ ਬਾਟੇ ਦੀ ਪੌਲ ਸੀ, ਬਾਬਾ ਸ਼ਾਮ ਸਿੰਘ ਜੀ ਨੇ ਬਾਬਾ ਸੁੱਖਾ ਸਿੰਘ ਜੀ ਨੂੰ ਫਿਰ ਦਿੱਤੀ। ਜਦੋਂ ਇਹ ਬਾਬਾ ਸੁੱਖਾ ਸਿੰਘ ਜੀ ਫਿਰ ਤਿਆਰ ਹੋ ਗਏ, ਅਤੇ ਬਾਬਾ ਸ਼ਾਮ ਸਿੰਘ ਜੀ ਨੇ ਬਾਬਾ ਸੁੱਖਾ ਸਿੰਘ ਜੀ ਨੂੰ ਇੱਕ ਬੜਾ ਵੱਡਾ ਯੋਧਾ ਜਿਹੜਾ ਸੀ ਉਹ ਬਣਾਉਣਾ ਚਾਹਿਆ ਕਿ ਹਰ ਚੀਜ਼ ਤੋਂ ਨਿਪੁੰਨ ਕੀਤਾ, ਸ਼ਸਤਰ ਵਿੱਦਿਆ, ਘੋੜ ਸਵਾਰੀ, ਨੇਜਾਬਾਜੀ, ਤਲਵਾਰ ਚਲਾਉਣੀ, ਹਰ ਸ਼ਸਤਰ ਦੀ ਜਿਹੜੀ ਸਿੱਖਿਆ ਸੀ ਬਾਬਾ ਸ਼ਾਮ ਸਿੰਘ ਜੀ ਨੇ ਆਪਣੇ ਡੇਰੇ ਵਿੱਚ ਰੱਖ ਕੇ ਬਾਬਾ ਸੁੱਖਾ ਸਿੰਘ ਜੀ ਨੂੰ ਦਿੱਤੀ। ਅਤੇ ਗੁਰਬਾਣੀ ਪੜ੍ਹਨੀ, ਗੁਰਬਾਣੀ ਦੀ ਸੰਥਿਆ ਬਾਬਾ ਸੁੱਖਾ ਸਿੰਘ ਜੀ ਨੇ ਕੀਤੀ, ਕੀਰਤਨ ਦੀ ਸੰਥਿਆ ਬਾਬਾ ਸੁੱਖਾ ਸਿੰਘ ਜੀ ਨੇ ਕੀਤੀ, ਸਰੰਦੇ ਨੂੰ ਸਾਜ਼ਾਂ ਨੂੰ ਵਜਾਉਣ ਦੀ, ਤੰਤੀ ਸਾਜ਼ ਜਿਹੜੇ ਸਨ ਉਹ ਬਾਬਾ ਸੁੱਖਾ ਸਿੰਘ ਜੀ ਨੇ ਵਜਾਉਣ ਦੀ ਜਿਹੜੀ ਟ੍ਰੇਨਿੰਗ ਸੀ, ਸੰਥਿਆ ਸੀ, ਉਹ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ ਪ੍ਰਾਪਤ ਕੀਤੀ। ਹਰ ਚੀਜ਼ ਦੇ ਵਿੱਚ ਬਾਬਾ ਸ਼ਾਮ ਸਿੰਘ ਜੀ ਨੇ ਬਾਬਾ ਸੁੱਖਾ ਸਿੰਘ ਜੀ ਨੂੰ ਨਿਪੁੰਨ ਕੀਤਾ। ਅਤੇ ਬਾਬਾ ਸੁੱਖਾ ਸਿੰਘ ਜੀ ਵੀ ਇੰਨੇ ਜ਼ਿਆਦਾ ਫਰਤੀਲੇ ਸਨ ਕਿ ਇੱਕ ਵਾਰ ਲਾਹੌਰ ਦੇ ਅੰਦਰ ਸਰਾਫਾਂ ਨੂੰ ਲੁੱਟ ਕੇ ਅਤੇ ਬਾਬਾ ਸੁੱਖਾ ਸਿੰਘ ਜੀ ਜਿਹੜੀ ਮਾਇਆ ਸੀ ਉਹ ਨੰਬਰਦਾਰਾਂ ਨੂੰ ਇੱਥੇ ਘੋੜੀ ਦੀ ਦੇਣ ਵਾਸਤੇ, ਅਤੇ ਜਿਹੜੀ ਬਚਦੀ ਰਕਮ ਸੀ ਉਹ
ਗੁਰੂ ਕੇ ਲੰਗਰ ਵਿੱਚ ਪਾਉਣ ਵਾਸਤੇ ਬਾਬਾ ਸੁੱਖਾ ਸਿੰਘ ਜੀ ਨੇ ਲਾਹੌਰ ਦੇ ਸਰਾਫ ਲੁੱਟੇ ਅਤੇ ਇੱਥੇ ਪਹੁੰਚ ਕੇ ਬਾਬਾ ਸੁੱਖਾ ਸਿੰਘ ਜੀ ਨੰਬਰਦਾਰਾਂ ਦੀ ਜਿਹੜੀ ਘੋੜੀ ਸੀ ਉਹਦੀ ਮਾਇਆ ਦਿੰਦੇ ਨੇ। ਉਹ ਮਾਇਆ ਨਹੀਂ ਲੈਂਦੇ ਅਤੇ ਸਾਰੀ ਮਾਇਆ ਜਿਹੜੀ ਸੀ ਬਾਬਾ ਸੁੱਖਾ ਸਿੰਘ ਜੀ ਨੇ ਲੰਗਰ ਵਿੱਚ ਪਾ ਦਿੱਤੀ। ਫਿਰ ਇਸ ਤਰ੍ਹਾਂ ਧਰਮ ਦੇ ਕਾਰਜ ਜਿਹੜੇ ਸਨ ਕਰਦਿਆਂ ਕਰਦਿਆਂ ਬਾਬਾ ਸੁੱਖਾ ਸਿੰਘ ਜੀ ਜਦੋਂ ਇਹ ਮੱਸਾ ਰੰਗੜ ਪਾਪੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਦਰ ਕਬਜ਼ਾ ਕਰਦਾ ਹੈ ਅਤੇ ਇੱਥੇ ਫਿਰ ਕੰਜਰੀ ਦਾ ਨਾਚ ਨਚਾਇਆ ਜਾਂਦਾ, ਵੇਸਵਾ ਨੱਚਦੀ ਹੈ, ਹੁੱਕਾ ਗਟਕਦਾ ਹੈ ਅਤੇ ਜਿਹੜਾ ਪਵਿੱਤਰ ਸਰੋਵਰ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਦਾ, ਉਸ ਸਰੋਵਰ ਵਿੱਚ ਸ਼ਹਿਰ ਦਾ ਕੂੜਾ ਕਰਕਟ ਜਿਹੜਾ ਉਹ ਸਟਾਇਆ ਜਾਂਦਾ ਹੈ। ਖਾਨ ਬਹਾਦਰ ਜ਼ਕਰੀਆ ਖਾਨ ਵੱਲੋਂ ਇਹਨੂੰ ਥਾਪਿਆ ਗਿਆ ਮੱਸੇ ਰੰਗੜ ਨੂੰ ਅਤੇ ਇਹ ਏਡਾ ਪਾਪੀ ਏਡਾ ਜ਼ਾਲਮ ਸੀ ਕਿ ਜਿੱਥੇ ਪਰਿਕਰਮਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀਆਂ ਉਹਨਾਂ ਪਰਿਕਰਮਾ ਵਿੱਚ ਗਾਵਾਂ ਦਾ ਮਾਸ ਰਿੰਨ੍ਹਿਆ ਜਾਂਦਾ ਹੈ, ਜਿਹੜੇ ਹੱਡ ਅਤੇ ਚੰਮ ਨੇ ਉਹ ਸਰੋਵਰ ਵਿੱਚ ਸੁੱਟ ਕੇ ਉਹਨਾਂ ਨੂੰ ਪੂਰਿਆ ਜਾਂਦਾ ਹੈ। ਸੋ ਇਹ ਜਿਹੜਾ ਸਾਰਾ ਕੌਤਕ ਸੀ ਭਾਈ ਬਲਾਕਾ ਸਿੰਘ ਜੀ ਕੰਗਾਂ ਦੇ ਰਹਿਣ ਵਾਲੇ, ਉਹਨਾਂ ਨੇ ਇਹ ਸਾਰਾ ਵੇਖਿਆ। ਜਦੋਂ ਵੇਖਿਆ ਤਾਂ ਉਹਨਾਂ ਦੇ ਅੰਦਰ ਜਿਹੜਾ ਸੀ ਉਹ ਜਿਸ ਤਰ੍ਹਾਂ ਹਿਰਦਾ ਪਾੜ ਜਾਂਦਾ ਇਸ ਤਰ੍ਹਾਂ ਹੋਇਆ। ਜਰਨ ਤੋਂ ਜਿਹੜਾ ਉਹ ਕੰਮ ਬਾਹਲਾ ਸੀ, ਪਰ ਫਿਰ ਵੀ ਉਹ ਬਾਬਾ ਬਲਾਕਾ ਸਿੰਘ ਜੀ ਉਸ ਚੀਜ਼ ਨੂੰ ਜਰ ਗਏ, ਆਪਣੇ ਵਿੱਚੇ ਵਿੱਚ ਪੀ ਕੇ ਫਿਰ ਸਿੰਘਾਂ ਦੀ ਭਾਲ ਕਰਦੇ ਨੇ। ਸਿੰਘਾਂ ਦੀ ਭਾਲ ਕਰਦਿਆਂ ਹੋਇਆਂ ਬੀਕਾਨੇਰ ਦੇ ਜੰਗਲਾਂ ਵਿੱਚ ਭਾਈ ਬਲਾਕਾ ਸਿੰਘ ਜੀ ਪਹੁੰਚਦੇ ਨੇ ਅਤੇ ਉੱਥੇ ਫਿਰ ਜਿਹੜਾ ਜਥਾ ਬਾਬਾ ਬੁੱਢਾ ਸਿੰਘ ਜੀ, ਜਥੇਦਾਰ ਬੁੱਢਾ ਸਿੰਘ ਜੀ ਨੇ ਉੱਥੇ ਡੇਰਾ ਲਾਇਆ ਹੋਇਆ ਸੀ ਅਤੇ ਉਸ ਅਸਥਾਨ 'ਤੇ ਪਹੁੰਚ ਕੇ ਭਾਈ ਬਲਾਕਾ ਸਿੰਘ ਜੀ ਸਾਰੀ ਵਾਰਤਾ ਜਿਹੜੀ ਹਰਿਮੰਦਰ ਦੀ ਸੀ ਉਹ ਉੱਥੇ ਸਿੰਘਾਂ ਨੂੰ ਸੁਣਾਉਂਦੇ ਨੇ। ਫਿਰ ਭਾਈ ਬੁੱਢਾ ਸਿੰਘ ਜੀ ਨੇ ਇੱਕ ਦਰਬਾਰ ਸਜਾਇਆ, ਇੱਕ ਤਖਤ ਸਜਾਇਆ ਅਤੇ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਫਿਰ ਭਾਈ ਬੁੱਢਾ ਸਿੰਘ ਜੀ ਨੇ ਇੱਕ ਸ਼ਮਸ਼ੀਰ ਰੱਖੀ ਮੈਦਾਨ ਵਿੱਚ ਅਤੇ ਕਿਹਾ ਕਿ ਕੋਈ ਇਸ ਨੂੰ ਚੁੱਕੋ ਅਤੇ ਉਸ ਪਾਪੀ ਰੰਗੜ ਦਾ ਸਿਰ ਵੱਢ ਕੇ ਪੰਥ ਦੇ ਚਰਨਾਂ ਵਿੱਚ ਲਿਆ ਕੇ ਇੱਥੇ ਭੇਟਾ ਕਰੋ। ਸੋ ਉਹ ਜਿਹੜੀ ਸ਼ਮਸ਼ੀਰ ਸੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਮੀਰਾਂਕੋਟ ਦੇ ਰਹਿਣ ਵਾਲੇ, ਉਹਨਾਂ ਯੋਧਿਆਂ ਨੇ, ਬਹਾਦਰਾਂ ਨੇ ਇਸ ਸ਼ਮਸ਼ੀਰ ਨੂੰ ਚੁੰਮਿਆ ਅਤੇ ਮੱਸੇ ਰੰਗੜ ਦਾ ਸਿਰ ਵੱਢਣ ਵਾਸਤੇ ਬੀਕਾਨੇਰ ਦੀ ਧਰਤੀ ਤੋਂ, ਬੁੱਢਾ ਜੌੜ ਤੋਂ ਫਿਰ ਉਹ ਇੱਧਰ ਹਰਿਮੰਦਰ ਵੱਲ ਨੂੰ ਚਾਲੇ ਪਾਉਂਦੇ ਨੇ। ਅੰਮ੍ਰਿਤਸਰ ਦੀ ਧਰਤੀ 'ਤੇ ਆਉਣ ਤੋਂ ਪਹਿਲਾਂ ਸਭਰਾਵਾਂ ਦੇ ਜਿਹੜਾ ਥੇਹ ਸੀ, ਸਿਰਕੱਪ ਦਾ ਥੇਹ ਜਿਹਨੂੰ ਕਿਹਾ ਜਾਂਦਾ ਹੈ, ਉਸ ਥੇਹ ਤੋਂ ਠੀਕਰੀਆਂ ਗੋਲ ਕਰਦੇ ਨੇ ਕਿ ਮੱਸੇ ਰੰਗੜ ਤੱਕ ਪਹੁੰਚਣ ਵਾਸਤੇ, ਕਿਉਂਕਿ ਉਹਦੇ ਜਿਹੜੇ ਘੇਰਾ ਸੀ, ਘੇਰਾਬੰਦੀ ਸੀ, ਅੰਗ ਰੱਖਿਅਕ ਸਨ। ਮੁਗਲਾਂ ਦਾ ਜਿਹੜਾ ਬਹੁਤ ਵੱਡਾ ਘੇਰਾ ਹਰਿਮੰਦਰ ਨੂੰ ਜਿਹੜਾ ਪਾਇਆ ਹੋਇਆ ਸੀ ਅਤੇ 4 ਚੁਫੇਰੇ ਉਹਦਾ ਬੜਾ ਸਖਤ ਪਹਿਰਾ ਮੱਸੇ ਰੰਗੜ ਦੇ ਘੇਰੇ ਲੱਗਾ ਹੋਇਆ ਸੀ। ਉੱਥੋਂ ਤੱਕ ਪਹੁੰਚਣ ਵਾਸਤੇ ਵਿਉਂਤ ਜਿਹੜੀ ਸੀ ਉਹ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਨੇ ਇਹ ਬਣਾਈ ਕਿ ਪੱਟੀ ਦੇ ਨੰਬਰਦਾਰ ਬਣ ਕੇ ਮਾਮਲਾ ਦੇਣ ਦੇ ਬਹਾਨੇ ਉਸ ਪਾਪੀ ਤੱਕ ਪਹੁੰਚਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਸੀ। ਫਿਰ ਇਹ ਜਿਹੜਾ ਤਰੀਕਾ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਨੇ ਅਪਣਾਇਆ, ਸਿਰਕੱਪ ਦੇ ਥੇਹ ਤੋਂ ਠੀਕਰੀਆਂ ਗੋਲ ਕੀਤੀਆਂ, ਠੀਕਰੀਆਂ ਗੋਲ ਕਰਕੇ ਅਤੇ ਫਿਰ ਇੱਕ ਥੈਲਾ ਲੈ ਕੇ ਉਸ ਥੈਲੇ ਵਿੱਚ ਪਾਈਆਂ, ਥੈਲੇ ਵਿੱਚ ਪਾ ਕੇ ਫਿਰ ਰਵਾਂ ਰਵੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਨੇ ਅਤੇ ਇੱਥੇ ਵੇਖਦੇ ਨੇ ਕਿ ਪਹਿਰਾ ਜਿਹੜਾ ਬਹੁਤ ਸਖਤ ਆ। ਪਹਿਰੇਦਾਰ ਵੀ ਪੁੱਛਦੇ ਨੇ ਕਿ ਤੁਸੀਂ ਕੌਣ ਹੋ, ਅਤੇ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਦੱਸਦੇ ਨੇ ਕਿ ਅਸੀਂ ਪੱਟੀ ਦੇ ਨੰਬਰਦਾਰ ਹਾਂ, ਮਾਮਲਾ ਲੈ ਕੇ ਆਏ ਹਾਂ ਜਿਹੜਾ ਕੁਝ ਚਿਰ ਤੋਂ ਰੁਕਿਆ ਹੋਇਆ ਸੀ ਅਤੇ ਉਸ ਮਾਮਲੇ ਨੂੰ ਤਾਰਨ ਵਾਸਤੇ ਅਸੀਂ ਅੱਜ ਪਹੁੰਚੇ ਹਾਂ। ਅਤੇ ਉਹ ਬੜੇ ਖੁਸ਼ ਨੇ ਕਿਉਂਕਿ ਸਤਿਗੁਰੂ ਜੀ ਨੇ ਕਿਰਪਾ ਕਰਨੀ ਸੀ ਕਿ ਇਸ ਪਾਪੀ ਦਾ ਸਰਵਨਾਸ਼ ਹੋਣਾ ਸੀ ਅਤੇ ਸਤਿਗੁਰੂ ਜੀ ਨੇ ਇਹ ਮਿਹਰ ਕੀਤੀ ਅਤੇ ਉਹ ਪਹਿਰੇਦਾਰ ਜਿਹੜੇ ਸਨ ਉਹਨਾਂ ਨੇ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀ ਨੂੰ ਜਾਣ ਵਾਸਤੇ ਅੰਦਰ ਆਗਿਆ ਦੇ ਦਿੱਤੀ।
ਹੁਣ ਉਹ ਠੀਕਰੀਆਂ ਦਾ ਥੈਲਾ ਜਿਹੜਾ ਸੀ ਮੋਢੇ 'ਤੇ ਰੱਖਿਆ ਹੋਇਆ ਸੀ ਅਤੇ ਰਵਾਂ ਰਵੇਂ ਸ੍ਰੀ ਹਰਿਮੰਦਰ ਦੇ ਦਰਵਾਜ਼ੇ ਦੇ ਅੱਗੇ ਖੜ੍ਹ ਕੇ ਅਤੇ ਨਤਮਸਤਕ ਹੁੰਦੇ ਨੇ। ਅਤੇ ਜਿਹੜਾ ਪਾਪੀ ਚੌਧਰੀ ਆ ਉਹ ਮੱਸਾ ਰੰਗੜ ਵੇਖ ਰਿਹਾ ਕਿ ਸ਼ਾਇਦ ਇਹ ਮੈਨੂੰ ਸਲਾਮ ਕਰ ਰਹੇ ਨੇ, ਅਤੇ ਅੰਦਰੋਂ ਮਨ ਦੇ ਵਿੱਚ ਉਹਨਾਂ ਦੇ ਇੱਕ ਭਾਂਬੜ ਮੱਚਦਾ ਸੀ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਦੇ ਵੇਖ ਕੇ ਕਿ ਗੁਰੂ ਰਾਮਦਾਸ ਦੀ ਨਗਰੀ ਵਿੱਚ ਜਿੱਥੇ ਅੱਜ ਆਪਾਂ ਵੇਖਦੇ ਹਾਂ ਸਤਿਗੁਰਾਂ ਜੀ ਦਾ ਪ੍ਰਕਾਸ਼ ਹੈ, ਉਸ ਪ੍ਰਕਾਸ਼ ਵਾਲੀ ਥਾਂ 'ਤੇ ਪਾਪੀ ਨੇ ਆਪਣਾ ਪਲੰਘਾ ਜਿਹੜਾ ਸੀ ਉਹ ਡਾਹਿਆ ਹੋਇਆ ਸੀ। ਉਹਦੇ ਉੱਤੇ ਬੈਠ ਕੇ ਹੁੱਕਾ ਪੀ ਰਿਹਾ ਸੀ, ਕੰਜਰੀ ਦਾ ਨਾਚ ਵੇਸਵਾ ਨੱਚ ਰਹੀ ਸੀ, ਸ਼ਰਾਬਾਂ ਦੇ ਪਿਆਲੇ ਚੱਲ ਰਹੇ ਸਨ। ਅਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਫਿਰ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਯਾਦ ਕਰਦੇ ਨੇ ਅਤੇ ਮਨ ਦੇ ਅੰਦਰ ਇਹ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਇੱਕ ਅਰਦਾਸ ਕਰਦੇ ਨੇ। ਅਤੇ ਜਦੋਂ ਫਿਰ ਅੰਦਰ ਲੰਘਦੇ ਨੇ ਅਤੇ ਪੁੱਛਦਾ ਚੌਧਰੀ ਕਿ ਕੌਣ ਹੋ, ਅਤੇ ਬਾਬਾ ਸੁੱਖਾ ਸਿੰਘ ਜੀ ਦੱਸਦੇ ਨੇ ਕਿ ਅਸੀਂ ਪੱਟੀ ਦੇ ਨੰਬਰਦਾਰ ਹਾਂ ਅਤੇ ਮਾਮਲਾ ਦੇਣ ਵਾਸਤੇ ਆਪ ਜੀ ਨੂੰ ਪਹੁੰਚੇ ਹਾਂ। ਅਤੇ ਉਹ ਜਦੋਂ ਠੀਕਰੀਆਂ ਦੀ ਜਿਹੜੀ ਥੈਲੀ ਸੀ ਉਹ ਮੱਸੇ ਰੰਗੜ ਦੇ ਅੱਗੇ ਸੁੱਟੀ ਗਈ। ਜਦੋਂ ਸੁੱਟੀ ਅਤੇ ਉਹ ਝੁਕ ਕੇ ਉਸੇ ਵੇਲੇ ਹੀ ਝੁਕ ਕੇ ਉਹਨੂੰ ਹੱਥ ਪਾਉਣ ਲੱਗਾ, ਅਤੇ ਫਿਰ ਯੋਧਿਆਂ ਨੇ ਤਲਵਾਰ ਕੱਢੀ ਅਤੇ ਇੱਕੇ ਵਾਰ ਦੇ ਨਾਲ ਸਿਰ ਜਿਹੜਾ ਸੀ ਪਾਪੀ ਦਾ ਉਹ ਧੌਣ ਤੋਂ ਅਲੱਗ ਕਰ ਦਿੱਤਾ। ਜਦੋਂ ਇਹ ਕਾਂਡ ਹੋਇਆ, ਜਿਹੜੇ ਲਾਗੇ ਤਮਾਸ਼ਾ ਵੇਖਦੇ ਸਨ ਫਿਰ ਭੱਜੇ, ਫਿਰ ਦੌੜੇ, ਵੇਸਵਾ ਦਾ ਨਾਚ ਵੀ ਰੁਕ ਗਿਆ, ਸਾਰਾ ਕੁਛ। ਫਿਰ ਜਿੱਥੇ ਝੂਮਦੇ ਸਨ ਉੱਥੇ ਫਿਰ ਇੱਕਦਮ ਜਿਹੜਾ ਇਹ ਸਨਾਟਾ ਛਾ ਗਿਆ। ਜਦੋਂ ਫਿਰ ਯੋਧਿਆਂ ਨੇ ਅੰਦਰੋਂ ਉਸ ਪਾਪੀ ਦਾ ਸਿਰ ਕੱਢਿਆ ਲੈ ਕੇ ਅਤੇ ਉਸ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਵੱਲ ਨੂੰ ਇਹ ਰਵਾਂ ਰਵੇਂ ਫਿਰ ਆਉਂਦੇ ਨੇ, ਅਤੇ ਜਿੱਥੇ ਲਾਚੀ ਬੇਰ ਆ ਆਪਾਂ ਦਰਸ਼ਨ ਕਰਦੇ ਹਾਂ ਦਰਸ਼ਨੀ ਡਿਊਟੀ ਦੇ ਬਾਹਰ ਲਾਚੀ ਬੇਰ ਦੇ, ਉਸ ਲਾਚੀ ਬੇਰ ਦੇ ਨਾਲ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਨੇ ਘੋੜੇ ਬੱਧੇ ਹੋਏ ਸਨ। ਅੱਜ ਵੀ ਸੰਗਤਾਂ ਉੱਤੇ ਨਤਮਸਤਕ ਹੁੰਦੀਆਂ ਨੇ। ਉਹ ਪਵਿੱਤਰ ਅਸਥਾਨ ਜਿਹੜਾ ਉਹ ਉਹਨਾਂ ਯੋਧਿਆਂ ਦੀ ਯਾਦ ਕਰਵਾਉਂਦਾ ਹੈ। ਅਤੇ ਉਸ ਲਾਚੀ ਬੇਰ ਦੇ ਨਾਲੋਂ ਘੋੜੇ ਨੂੰ ਖੋਲ੍ਹਿਆ, ਘੋੜਿਆਂ ਨੂੰ ਖੋਲ੍ਹ ਕੇ ਅਤੇ ਘੋੜਿਆਂ 'ਤੇ ਸਵਾਰ ਹੋ ਕੇ ਅਤੇ ਫਿਰ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਜਿਹੜੇ ਨੇ ਉਸ ਹਰਿਮੰਦਰ ਦੇ ਅੰਦਰੋਂ ਅੰਮ੍ਰਿਤਸਰ ਦੀ ਧਰਤੀ ਤੋਂ ਨਿਕਲ ਜਾਂਦੇ ਨੇ ਬੀਕਾਨੇਰ ਦੇ ਜੰਗਲਾਂ ਨੂੰ ਬੁੱਢਾ ਜੌੜ ਵਿਖੇ। ਫਿਰ ਬੁੱਢਾ ਜੌੜ ਪਹੁੰਚ ਕੇ ਅਤੇ ਜਿਹੜੀ ਪੰਥ ਨੇ ਡਿਊਟੀ ਲਾਈ ਸੀ ਬਾਬਾ ਬੁੱਢਾ ਸਿੰਘ ਜੀ ਨੇ ਉਸ ਡਿਊਟੀ ਨੂੰ ਬਾਖੂਬੀ ਜਿਹੜਾ ਸੀ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਨੇ ਨਿਭਾਇਆ। ਜਦੋਂ ਇਹ ਉੱਥੇ ਜਾ ਕੇ ਇਸ ਪਾਪੀ ਦੇ ਸਿਰ ਨੂੰ ਸੁੱਟਿਆ ਅਤੇ ਪੰਥ ਨੇ ਜਕਾਰੇ ਛੱਡੇ, ਖੁਸ਼ੀ ਦੀ ਲਹਿਰ ਇੱਕ ਦੌੜੀ ਕਿ ਇਸ ਪਾਪੀ ਨੇ ਇੱਕ ਨਵੀਂ ਭਾਜੀ ਪਾਈ ਸੀ ਸਿੱਖਾਂ 'ਤੇ, ਜਿਹੜੀ ਅੱਜ ਉਹਦਾ ਨਿਉਂਦਰਾ ਜਿਹੜਾ ਉਹਨੂੰ ਵਾਪਸ ਕੀਤਾ। ਸੋ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਜਦੋਂ ਇਹ ਕਾਰਾ ਕਰਦੇ ਨੇ ਅਤੇ ਫਿਰ ਖਾਨ ਬਹਾਦਰ ਜ਼ਕਰੀਆ ਖਾਨ ਜਿਹੜਾ ਉਹਦੇ ਕੋਲ ਲਾਹੌਰ ਦੇ ਜਿੱਥੋਂ ਇਹਨੂੰ ਬਿਠਾਇਆ ਗਿਆ ਸੀ ਪਾਪੀ ਰੰਗੜ ਨੂੰ, ਇਹਦਾ ਪਿੰਡ ਮੰਡਿਆਲਾ ਸੀ, ਅੰਮ੍ਰਿਤਸਰ ਦੇ ਲਾਗੇ ਹੀ ਹੈ। ਉਸ ਮੰਡਿਆਲੇ ਦੇ ਰਹਿਣ ਵਾਲਾ ਪਾਪੀ ਸੀ। ਅਤੇ ਜਦੋਂ ਇਹਦੀ ਬੇਗਮ ਨੂੰ ਪਤਾ ਲੱਗਦਾ ਹੈ ਕਿ ਮੀਏ ਨੂੰ ਮਾਰ ਗਏ ਨੇ, ਵੱਢ ਗਏ ਨੇ, ਅਤੇ ਫਿਰ ਇਹ ਲਾਹੌਰ ਜਾ ਕੇ ਪਿੱਟਦੀ ਆ ਜ਼ਕਰੀਆ ਖਾਨ ਦੇ ਗਾੜੀ ਜਾ ਕੇ, ਉੱਥੇ ਕੀਰਨੇ ਪਾਉਂਦੀ ਆ ਇਹਦੀ ਲਾਸ਼ ਨੂੰ ਲੈ ਕੇ, ਅਤੇ ਉਹ ਲਾਹੌਰ ਦੇ ਵਿੱਚ ਦਾਖਲ ਹੁੰਦੀ ਹੈ। ਅਤੇ ਫਿਰ ਉਹ ਉਸ ਪਾਪੀ ਦੀ ਜਿਹੜੀ ਲਾਸ਼ ਸੀ ਉਹ ਕਹਿੰਦੀ ਆ ਉਹਦੀ ਬੇਗਮ ਕਿ ਮੈਂ ਉਹਨਾਂ ਚਿਰ ਇਹਨੂੰ ਫੂਕਣਾ ਨਹੀਂ ਜਿੰਨਾ ਚਿਰ ਮੈਨੂੰ ਇਹਦੇ ਕਾਤਲਾਂ ਦਾ ਬਦਲਾ ਨਹੀਂ ਮਿਲ ਜਾਂਦਾ। ਅਤੇ ਉਹ ਬਦਲਾ ਲੈਣ ਵਾਸਤੇ ਫਿਰ ਜਿਹੜੇ ਮਤਲਬ ਜ਼ਕਰੀਆ ਖਾਨ ਨੇ ਜਿਹੜੇ ਸੂਹੀਏ ਸਨ ਉਹਨਾਂ ਨੂੰ ਸੱਦਿਆ, ਜਿਹੜੇ ਸਿੰਘਾਂ ਦੀਆਂ ਰਿਪੋਰਟਾਂ ਦਿੰਦੇ ਸਨ, ਕਿਉਂਕਿ ਉਦੋਂ ਵੀ ਉਸ ਸਮੇਂ ਦੇ ਟੌਟ ਜਿਹੜੇ ਸਨ ਕਰਮਾ ਸ਼ੀਨਾ, ਰਾਮਾ ਰੰਧਾਵਾ, ਹਰਭਗਤ ਨਰੰਜਨੀਆ, ਜੰਡਿਆਲੇ ਵਾਲਾ, ਇਹ ਬੜੇ ਵੱਡੇ ਪਾਪੀ ਸਨ। ਇਹ ਸਿੱਖਾਂ ਦੇ ਮਗਰ ਪਏ ਹੋਏ ਸਨ
ਤੇ ਇਹ ਦੱਸਦੇ ਸਨ ਤੇ ਵੀ ਕਿੱਥੇ ਕਿਹੜਾ ਸਿੰਘ ਅੱਜ ਲੰਘਿਆ ਏ, ਕਿੱਧਰ ਦੀ ਲੰਘਿਆ, ਕਿੱਥੇ ਬੈਠਾ ਏ, ਇਹ ਸੂਹ ਦਿੰਦੇ ਸਨ। ਤੇ ਜਦੋਂ ਇਹਨਾਂ ਨੂੰ ਇਕੱਠਿਆਂ ਕੀਤਾ ਗਿਆ, ਕਿਉਂਕਿ ਇਹ ਸਰਕਾਰ ਤੋਂ ਰਕਮ ਵੀ ਲੈਂਦੇ ਸਨ ਇਹ ਟੌਟੀ ਕਰਨ ਦੀ, ਤੇ ਇਹਨਾਂ ਨੂੰ ਜਦੋਂ ਇਕੱਠਿਆਂ ਕਰਕੇ ਇਹਨਾਂ ਨੂੰ ਫਿਰ ਇਹਨਾਂ ਦੇ ਵੱਟ ਚਾੜਿਆ ਗਿਆ ਤੇ ਇਹਨਾਂ ਫਿਰ ਦੱਸਿਆ ਕਿ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ, ਬਾਬਾ ਮਹਿਤਾਬ ਸਿੰਘ ਜੀ ਮੀਰਾਂਕੋਟ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ, ਇਹਨਾਂ ਫਿਰ ਯੋਧਿਆਂ ਦਾ ਨਾਂ ਦੱਸਿਆ। ਇੱਥੇ ਵੀ ਉਹਦੀ ਫੌਜ ਆਈ, ਪਰ ਬਾਬਾ ਸੁੱਖਾ ਸਿੰਘ ਜੀ ਤੇ ਨਿਕਲ ਗਏ ਸਨ, ਘਰ ਦੇ ਵੀ ਆਸੇ ਪਾਸੇ ਹੋ ਗਏ। ਤੇ ਬਾਬਾ ਮਹਿਤਾਬ ਸਿੰਘ ਜੀ ਮੀਰਾਂਕੋਟ ਦੇ ਰਹਿਣ ਵਾਲੇ ਜਿਹੜੇ ਸਨ, ਉਹਨਾਂ ਦਾ ਇੱਕ ਭਚੰਗੀ ਸੀਗਾ ਕੋਈ 4-5 ਕੁ ਸਾਲ ਦਾ। ਉਹ ਬੱਚਾ ਬਾਬਾ ਮਹਿਤਾਬ ਸਿੰਘ ਜੀ ਜਦੋਂ ਘਰ ਤੋਂ ਨਿਕਲੇ ਸਨ ਤੇ ਉਹਨਾਂ ਨੇ ਨੱਥੇ ਖਹਿਰੇ ਨੂੰ ਜਿਹੜਾ ਆਪਣੇ ਧਰਮ ਦਾ ਭਰਾ ਬਣਾਇਆ ਸੀ, ਉਹਦੇ ਆਪਦੇ ਬੱਚੇ ਦੀ ਜਿਹੜੀ ਬਾਂਹ ਸੀ ਉਹਨੂੰ ਫੜਾਈ ਸੀ। ਤੇ ਉਹ ਫਿਰ ਜਦੋਂ ਟੁਕੜੀ ਇਹਦੀ ਮੀਰਾਂਕੋਟ 'ਤੇ ਹਮਲਾ ਕਰਦੀ ਆ, ਤੇ ਫਿਰ ਉਸ ਥਾਂ 'ਤੇ ਅੱਜ ਵੀ ਤੁਸੀਂ ਜਦੋਂ ਦਰਸ਼ਨ ਕਰੋਗੇ ਮੀਰਾਂਕੋਟ ਦੇ ਅੰਦਰ ਗੁਰਦੁਆਰਾ ਮਲ੍ਹਾ ਸਾਹਿਬ, ਉੱਥੇ ਫਿਰ ਇੱਕ ਜੰਗ ਹੋਈ ਜਿੱਥੇ ਇਹ ਨੱਥੇ ਖਹਿਰੇ ਨੇ ਜੰਗ ਲੜੀ, ਨਾਲ ਉਹਦਾ ਨੱਥੇ ਖਹਿਰੇ ਦਾ ਭਚੰਗੀ ਤੇ ਬਾਬਾ ਮਹਿਤਾਬ ਸਿੰਘ ਜੀ ਦਾ ਪੁੱਤਰ ਰਾਏ ਸਿੰਘ ਜਿਹੜਾ ਛੋਟਾ ਸੀ, ਕਿਉਂਕਿ ਉਹ ਕਹਿੰਦੇ ਸਨ ਕਿ ਇਹਨੂੰ ਫੜਾ ਦਿਓ, ਪਰ ਉਹਨਾਂ ਕਿਹਾ ਸੀ ਕਿ ਇਹ ਪੱਗ ਵੱਟ ਮੇਰੇ ਦੋਸਤ ਨੇ, ਇਹ ਯਾਰ ਨੇ, ਅਤੇ ਮੈਂ ਇਹ ਧਰੋ ਨਹੀਂ ਕਮਾ ਸਕਦਾ, ਇਸ ਬੱਚੇ ਦੀ ਬਾਂਹ ਮੈਨੂੰ ਫੜਾਈ ਆ, ਮੈਂ ਇਹਨੂੰ ਤੁਹਾਡੇ ਪੇਸ਼ ਨਹੀਂ ਕਰ ਸਕਦਾ। ਅਤੇ ਇਸ ਵਾਸਤੇ ਉਹ ਲੈ ਕੇ ਜਦੋਂ ਪਿੰਡ ਤੋਂ ਨਿਕਲੇ ਅਤੇ ਜਿਹੜੀ ਧਾੜ ਸੀ ਉਹਨੇ ਇਹ 'ਤੇ ਹਮਲਾ ਕਰ ਦਿੱਤਾ। ਉੱਥੇ ਫਿਰ ਜੰਗ ਹੋਈ, ਸ਼ਹੀਦ ਹੋਏ, ਪਰ ਰਾਏ ਸਿੰਘ ਨੂੰ ਵੀ ਸ਼ਹੀਦ ਗਿਣ ਕੇ ਅਤੇ ਫੌਜ ਜਿਹੜੀ ਸੀ ਉਹ ਵਾਪਸ ਹੋ ਗਈ। ਸਾਰਿਆਂ ਨੂੰ ਆਪਣੇ ਵੱਲੋਂ ਮਾਰ ਕੇ ਅਤੇ ਫੌਜ ਵਾਪਸ ਹੋ ਗਈ, ਪਰ ਰਾਏ ਸਿੰਘ ਜਿਹੜਾ ਸੀ ਬਾਬਾ ਮਹਿਤਾਬ ਸਿੰਘ ਜੀ ਦਾ ਪੁੱਤਰ, ਉਹਦੀ ਸਾਹ ਰਗ ਜਿਹੜੀ ਸੀ ਉਹ ਬਚੀ ਹੋਈ ਸੀ। ਅਤੇ ਕਿਸੇ ਬੀਬੀ ਨੇ ਉਹਨੂੰ ਵੇਖਿਆ, ਚੁੱਕਿਆ, ਸਾਫ਼ ਕੀਤਾ ਅਤੇ ਉਹਦੀ ਪਰਵਰਿਸ਼ ਕੀਤੀ, ਅਤੇ ਰਾਏ ਸਿੰਘ ਜਿਹੜਾ ਸੀ ਉਹ ਬਿਲਕੁਲ ਤੰਦਰੁਸਤ ਹੋ ਗਿਆ। ਅਤੇ ਜਿਨ੍ਹਾਂ ਦਾ ਆਪਾਂ ਬੜਾ ਵੱਡਾ ਜਿਨ੍ਹਾਂ ਦਾ ਗ੍ਰੰਥ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਪ੍ਰਾਚੀਨ ਲਿਖਿਆ, ਭਾਈ ਰਤਨ ਸਿੰਘ ਜੀ ਭੰਗੂ, ਭਾਈ ਰਤਨ ਸਿੰਘ ਜੀ ਭੰਗੂ ਬਾਬਾ ਮਹਿਤਾਬ ਸਿੰਘ ਜੀ ਦੇ ਪੋਤਰੇ ਹੋਏ ਨੇ, ਭਾਈ ਰਾਏ ਸਿੰਘ ਜੀ ਦੇ ਪੁੱਤਰ ਹੋਏ ਨੇ। ਉਹਨਾਂ ਨੇ ਏਡੀ ਵੱਡੀ ਪੰਥ ਨੂੰ ਦੇਣ ਦਿੱਤੀ ਆ ਕਿ ਉਹ ਅੱਜ ਉਹਨਾਂ ਦਾ ਗ੍ਰੰਥ ਪੜ੍ਹ ਕੇ ਜਿਹੜਾ ਲੋਕ ਨੇ, ਸੰਗਤ ਨੇ, ਸੰਸਾਰ ਦੇ ਜਿਹੜੇ ਵਿਦਵਾਨ ਨੇ, ਉਹਨਾਂ ਦੀ ਲਿਖਤ ਤੋਂ ਜਿਹੜੇ ਸੇਧ ਲੈਂਦੇ ਨੇ। ਸੋ ਇਸ ਤਰ੍ਹਾਂ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ, ਇਹ ਜਿਹੜੀ ਅਹਿਮ ਇਹਨਾਂ ਦਾ ਜਿਹੜਾ ਇੱਕ ਇਹ ਘਟਨਾ ਸੀ, ਜਿਹੜਾ ਇਹ ਬੜਾ ਵੱਡਾ ਪਾਪੀ ਤੋਂ ਬਦਲਾ ਲਿਆ, ਇਹ ਜਿਹੜਾ ਬੜਾ ਪ੍ਰਚਲਿਤ ਹੈ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਮੱਸੇ ਰੰਗੜ ਨੂੰ ਵੱਢਣ ਵਾਲਾ, ਬੱਚਾ ਬੱਚਾ ਜਾਣਦਾ। ਇਸ ਤੋਂ ਇਲਾਵਾ ਬਾਬਾ ਸੁੱਖਾ ਸਿੰਘ ਜੀ ਨੇ ਹੋਰ ਬਹੁਤ ਸਾਰੇ ਜਿਹੜੇ ਜੰਗ ਸਨ। ਕਿੰਨੀਆਂ ਜੰਗਾਂ ਲੜੀਆਂ ਬਾਬਾ ਸੁੱਖਾ ਸਿੰਘ ਜੀ ਨੇ ਔਰ ਬਾਬਾ ਮਹਿਤਾਬ ਸਿੰਘ ਜੀ ਨੇ? ਇਹ ਬਾਬਾ ਮਹਿਤਾਬ ਸਿੰਘ ਜੀ ਦੀ ਜੰਗ ਜਿਹੜੀ ਬਾਬਾ ਜਦੋਂ ਭਾਈ ਤਾਰੂ ਸਿੰਘ ਜੀ ਗ੍ਰਿਫਤਾਰ ਹੋ ਜਾਂਦੇ ਨੇ, ਗ੍ਰਿਫਤਾਰ ਕਰਵਾਇਆ ਜਾਂਦਾ ਹੈ ਹਰਭਗਤ ਨਿਰੰਜਨੀਏ ਵੱਲੋਂ, ਚੁਗਲੀ ਮਾਰੀ ਜਾਂਦੀ ਹੈ। ਭਾਈ ਤਾਰੂ ਸਿੰਘ ਜੀ ਜਦੋਂ ਲਾਹੌਰ ਲੈ ਜਾਂਦੇ ਨੇ ਫੜ ਕੇ ਸੰਨ 1745 ਵਿੱਚ, ਉਦੋਂ ਹੀ ਬਾਬਾ ਮਹਿਤਾਬ ਸਿੰਘ ਜੀ ਵੀ ਉੱਥੇ ਲਾਹੌਰ ਦੀ ਧਰਤੀ 'ਤੇ ਜਾ ਕੇ, ਅਤੇ ਕਿਉਂਕਿ ਉਹਨਾਂ ਇੱਕ ਇਤਿਹਾਸ ਦੱਸਦਾ ਕਿ ਪਰਨ ਕੀਤਾ ਸੀ ਭਾਈ ਤਾਰੂ ਸਿੰਘ ਜੀ ਨਾਲ ਸ਼ਹੀਦ ਹੋਣ ਦਾ, ਅਤੇ ਉਹ ਵੀ ਲਾਹੌਰ ਪਹੁੰਚਦੇ ਨੇ, ਅਤੇ ਸੰਨ 1745 ਵਿੱਚ ਬਾਬਾ ਮਹਿਤਾਬ ਸਿੰਘ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ। ਅਤੇ ਬਾਬਾ ਸੁੱਖਾ ਸਿੰਘ ਜੀ ਨੇ ਅਨੇਕਾਂ ਜੰਗਾਂ ਲੜੀਆਂ ਨੇ, ਜਿਸ ਤਰ੍ਹਾਂ ਗਰਵਾਲੀ ਦੀ ਜੰਗ ਹੋਈ ਆ, ਕੋਟ ਬੁੱਢੇ ਦੀ ਜੰਗ ਹੋਈ ਆ, ਅਤੇ ਸਭ ਤੋਂ ਅਹਿਮ ਛੋਟਾ ਘੱਲੂਘਾਰਾ ਸੰਨ 1746 ਵਿੱਚ ਜਿਹੜਾ ਵਾਪਰਿਆ, ਜਿੱਥੇ ਕੋਈ 10-12 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ। ਉਸ
ਘੱਲੂ ਘਾਰੇ ਵਿੱਚ ਬਾਬਾ ਸੁੱਖਾ ਸਿੰਘ ਜੀ ਨੇ ਅਹਿਮ ਰੋਲ ਅਦਾ ਕੀਤਾ, ਜਿੱਥੇ ਜੰਬੂਰਚੇ ਦਾ ਗੋਲਾ ਵੱਜ ਕੇ ਬਾਬਾ ਸੁੱਖਾ ਸਿੰਘ ਜੀ ਦੀ ਲੱਤ ਵੀ ਟੁੱਟੀ ਸੀ ਅਤੇ ਉਸ ਲੱਤ ਨੂੰ ਕਾਠੀ ਦੇ ਹੰਨੇ ਨਾਲ ਬੰਨ੍ਹ ਕੇ ਬਾਬਾ ਸੁੱਖਾ ਸਿੰਘ ਜੀ ਨੇ ਤੇਗ ਚਲਾਈ ਅਤੇ ਉਸ ਘੇਰੇ ਦੇ ਵਿੱਚੋਂ ਵੀ ਬਾਹਰ ਆਏ, ਵੈਰੀ 'ਤੇ ਫਤਿਹ ਵੀ ਕੀਤੀ ਅਤੇ ਫਿਰ ਆਪਣੀ ਲੱਤ ਜਿਹੜੀ ਸੀ ਬਾਬਾ ਸੁੱਖਾ ਸਿੰਘ ਜੀ ਨੇ ਜੈਤੋ ਨਗਰ ਵਿੱਚ ਕੋਈ 5-6 ਮਹੀਨੇ ਦਾ ਸਮਾਂ ਰੈਸਟ ਕਰਕੇ ਉਸ ਲੱਤ ਨੂੰ ਠੀਕ ਕਰਕੇ ਫਿਰ ਜੰਗਾਂ ਯੁੱਧਾਂ ਵਿੱਚ ਜੂਝਣ ਲੱਗ ਪਏ। ਬਾਬਾ ਜੀ ਕਿੰਨੀ ਸੰਨ ਦੇ ਵਿੱਚ ਬਾਬਾ ਸੁੱਖਾ ਸਿੰਘ ਜੀ ਦਾ ਜਨਮ ਹੋਇਆ ਅਤੇ ਕਿੰਨੀ ਸੰਨ ਦੀ ਵਿੱਚ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਹੋਈ, ਇਹ ਵੀ ਸਾਡੇ ਸਿੱਖ ਸੰਗਤਾਂ ਦੇ ਲਈ ਕੀ ਕਹਿਣਾ ਚਾਹੁੰਦੇ? ਹਾਂਜੀ, ਬਾਬਾ ਸੁੱਖਾ ਸਿੰਘ ਜੀ ਦਾ ਜਨਮ ਜਿਹੜਾ ਜੀ ਉਹ ਸੰਨ 1702 ਦੇ ਵਿੱਚ ਹੋਇਆ ਸੀ ਅਤੇ ਬਾਬਾ ਸੁੱਖਾ ਸਿੰਘ ਜੀ ਦਾ ਜਿਹੜੀ ਸ਼ਹੀਦੀ ਆ ਉਹ ਸੰਨ 1752 ਵਿੱਚ ਤਕਰੀਬਨ 50 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਏ। ਹਾਂਜੀ, 50 ਸਾਲ ਦੀ ਉਮਰ ਬਾਬਾ ਸੁੱਖਾ ਸਿੰਘ ਜੀ ਨੇ ਮਤਲਬ ਸਰੀਰ ਕਰਕੇ ਜਿਉਣਾ ਕੀਤਾ, ਕਿਉਂਕਿ ਉਹ ਸਦਾ ਹੀ ਜਿਉਂਦੇ ਨੇ, ਅਮਰ ਨੇ, ਅਤੇ ਸਰੀਰ ਕਰਕੇ ਉਹ ਇਸ ਧਰਤੀ 'ਤੇ ਸੰਸਾਰ 'ਤੇ ਜਿਹੜੇ 50 ਸਾਲ ਉਹਨਾਂ ਦੀ ਉਮਰ ਹੋਈ। ਅਤੇ ਬਾਬਾ ਸੁੱਖਾ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ ਉਹ ਇੱਥੋਂ ਲਾਹੌਰ ਲਾਗੇ ਹੀ ਆ, ਲਾਹੌਰ ਤੋਂ ਉਰਲੇ ਬੰਨੇ ਪਿੰਡ ਹੈ ਸ਼ਾਹਦਰਾ, ਪਾਕਿਸਤਾਨ ਦੇ ਵਿੱਚ। ਹਾਂਜੀ, ਪਾਕਿਸਤਾਨ ਦੇ ਵਿੱਚ ਜਿਹੜਾ ਰਹਿ ਗਿਆ ਜੀ ਉਹ ਲਾਹੌਰ 'ਤੇ ਜਦੋਂ ਅਬਦਾਲੀ ਆਉਂਦਾ ਹੈ, ਤੀਸਰਾ ਹਮਲਾ ਜਦੋਂ ਭਾਰਤ 'ਤੇ ਕਰਕੇ ਮੁੜਦਾ ਹੈ ਅਤੇ ਬਾਬਾ ਸੁੱਖਾ ਸਿੰਘ ਜੀ ਨੂੰ ਇਸ ਚੀਜ਼ ਦੀ ਖਬਰ ਮਿਲਦੀ ਆ ਕਿ ਅਬਦਾਲੀ ਇੱਥੇ ਠਹਿਰਿਆ ਹੋਇਆ, ਅਤੇ ਫਿਰ ਬਾਬਾ ਸੁੱਖਾ ਸਿੰਘ ਜੀ ਰਾਵੀ ਪਾਰ ਕਰਕੇ ਕੁਝ ਨਾਲ ਸਿੰਘ ਸਨ ਬਾਬਾ ਸੁੱਖਾ ਸਿੰਘ ਜੀ ਦੇ, ਜਿਨ੍ਹਾਂ ਨੇ ਇਹ ਅਬਦਾਲੀ ਦੀ ਫੌਜ 'ਤੇ ਹਮਲਾ ਕੀਤਾ। ਮੂਹਰੇ ਹੋ ਕੇ ਬਾਬਾ ਸੁੱਖਾ ਸਿੰਘ ਜੀ, ਕਿਉਂਕਿ ਸਿੰਘ ਥੋੜ੍ਹੇ ਸਨ, ਕੁਝ ਸਿੰਘਾਂ ਨੇ ਕਿਹਾ ਸੀ ਕਿ ਆਪਾਂ ਥੋੜ੍ਹੇ ਵੈਰੀ ਦੀ ਫੌਜ ਜਿਹੜੀ ਬਹੁਤੀ ਆ ਅਤੇ ਆਪਾਂ ਪਿੱਛੇ ਹੋ ਜਾਈਏ, ਪਰ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਸੀ ਜਿੰਨੇ ਪਰਤਣਾ ਪਿੱਛੇ ਉਹ ਪਰਤ ਜੇ, ਪਰ ਮੈਂ ਨਹੀਂ ਪਰਤਣਾ। ਬਾਬਾ ਸੁੱਖਾ ਸਿੰਘ ਜੀ ਪਿੱਛੇ ਮੁੜ ਕੇ ਵੀ ਨਹੀਂ ਸੀ ਵੇਖਿਆ, ਉਹ ਜਿੱਥੇ ਅਬਦਾਲੀ ਦੀ ਫੌਜ ਸੀ ਉੱਥੇ ਆਪਣੀ ਤਲਵਾਰ ਚਲਾਉਣੀ ਸ਼ੁਰੂ ਕੀਤੀ ਅਤੇ ਅਬਦਾਲੀ ਨੂੰ ਲੱਭਦਿਆਂ ਹੋਇਆਂ, ਕਿਉਂਕਿ ਬਾਬਾ ਸੁੱਖਾ ਸਿੰਘ ਜੀ ਦੇ ਮਨ ਵਿੱਚ ਇੱਕ ਰੀਝ ਸੀ ਕਿ ਅਬਦਾਲੀ ਨੂੰ ਖਤਮ ਕੀਤਾ ਜਾਵੇ, ਉਹਦੇ ਸਿਰ ਨੂੰ ਕਲਮ ਕੀਤਾ ਜਾਵੇ, ਪਰ ਅਬਦਾਲੀ ਦਾ ਘੇਰਾ ਬੜਾ ਕਰੜਾ ਸੀ, ਉਹਦੇ ਅੰਗ ਰੱਖਿਅਕ ਬਹੁਤ ਸਨ, ਉੱਥੋਂ ਤੱਕ ਪਹੁੰਚਣਾ ਬੜਾ ਮੁਸ਼ਕਲ ਸੀ, ਪਰ ਬਾਬਾ ਸੁੱਖਾ ਸਿੰਘ ਜੀ ਪਹੁੰਚ ਨਹੀਂ ਸਕੇ। ਉਹ ਤਲਵਾਰ ਚਲਾਉਂਦੇ ਹੋਏ ਬਾਬਾ ਸੁੱਖਾ ਸਿੰਘ ਜੀ ਸ਼ਾਹਦਰੇ ਨਗਰ ਪਾਕਿਸਤਾਨ ਦੇ ਵਿੱਚ ਜਿਹੜਾ ਸਥਾਨ ਰਹਿ ਗਿਆ ਰਾਵੀਓਂ ਪਾਰ, ਉਸ ਸਥਾਨ 'ਤੇ ਸ਼ਹੀਦ ਹੋ ਗਏ ਸੰਨ 1752 ਵਿੱਚ। ਇਸ ਤੋਂ ਇਲਾਵਾ ਬਾਬਾ ਜੀ, ਬਾਬਾ ਸੁੱਖਾ ਸਿੰਘ ਜੀ ਦੇ ਗ੍ਰਹਿਸਥ ਜੀਵਨ ਬਾਰੇ ਤੁਸੀਂ ਕੀ ਸਾਡੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓਗੇ ਕਿ ਉਹਨਾਂ ਦੀ ਸ਼ਾਦੀ ਹੋਈ ਜਾਂ ਨਹੀਂ ਹੋਈ, ਕੋਈ ਬੱਚੇ ਹੋਏ ਜਾਂ ਨਹੀਂ ਹੋਏ? ਹਾਂਜੀ, ਇਹ ਵੀ ਇੱਕ ਥੋੜ੍ਹਾ ਗੁੰਝਲਦਾਰ ਵੀ ਹੈ ਜੀ ਸਵਾਲ ਤੁਹਾਡਾ। ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਬਾਬਾ ਸੁੱਖਾ ਸਿੰਘ ਜੀ ਦੀ ਸ਼ਾਦੀ ਦਾ, ਕੁਝ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਬਾਬਾ ਸੁੱਖਾ ਸਿੰਘ ਜੀ ਦੇ ਲੜਕੀ ਹੋਈ ਔਰ ਮਾਰ ਦਿੱਤੀ ਅਤੇ ਪੰਥ ਵਿੱਚੋਂ ਛੇਕਿਆ ਵੀ ਗਿਆ। ਇਹ ਕੁਝ ਘਟਨਾ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ, ਪਰ ਸੀਨਾ ਬਸੀਨਾ ਜੇ ਅਸੀਂ ਇੱਥੇ ਨਗਰ ਵਿੱਚ ਰਹਿੰਦੇ ਹਾਂ, ਸੀਨਾ ਬਸੀਨਾ ਜੇ ਬਜ਼ੁਰਗਾਂ ਤੋਂ ਪੁੱਛਿਆ ਜਾਵੇ, ਕਿਉਂਕਿ ਇਹ ਬਾਹਰ ਤੇ ਪ੍ਰਚਲਿਤ, ਪਰ ਨਗਰ ਦੇ ਵਿੱਚ ਇਹ ਚੀਜ਼ ਮਿਲਦੀ ਆ ਕਿ ਬਾਬਾ ਸੁੱਖਾ ਸਿੰਘ ਜੀ ਦੀ ਸ਼ਾਦੀ ਨਹੀਂ ਹੋਈ। ਬਾਬਾ ਸੁੱਖਾ ਸਿੰਘ ਜੀ ਦੇ ਭਰਾ ਸਨ ਬਾਬਾ ਲੱਖਾ ਸਿੰਘ ਜੀ, ਉਹ ਵੀ ਉਹਨਾਂ ਵਾਂਗੂ ਫਰਤੀਲੇ ਸਨ ਅਤੇ ਉਹਨਾਂ ਨੇ ਵੀ ਜੰਗਾਂ ਲੜੀਆਂ, ਬਾਬਾ ਲੱਖਾ ਸਿੰਘ ਜੀ ਨੇ ਵੀ। ਬਾਬਾ ਲੱਖਾ ਸਿੰਘ ਜੀ ਦੀ ਸ਼ਾਦੀ ਹੋਈ ਸੀ। ਬਾਬਾ ਲੱਖਾ ਸਿੰਘ ਜੀ ਦੇ ਮਤਲਬ ਸ਼ਾਦੀ ਹੋਣ ਤੋਂ ਬਾਅਦ ਉਹਨਾਂ ਦੀ ਸੰਤਾਨ ਹੋਈ ਸੀ, ਅਤੇ ਉਹ ਜੋ ਅੱਜ ਕੱਲ੍ਹ ਬਾਬਾ ਲੱਖਾ ਸਿੰਘ ਜੀ ਦੀ ਸੰਤਾਨ ਜਿਹੜੀ ਉਹ ਵੰਸ਼ ਆ ਨਗਰ ਦਿਆਲਪੁਰੇ ਦੇ ਵਿੱਚ, ਇਸ ਨਗਰ ਤੋਂ ਉੱਠ ਕੇ ਉਹ ਨਗਰ ਦਿਆਲਪੁਰੇ ਦੇ ਵਿੱਚ ਜਥੇਦਾਰ ਮਹਿੰਦਰ ਸਿੰਘ ਜੀ ਪਿਛਲੇ ਸਮੇਂ ਉਹ ਸੱਚਖੰਡ ਪਿਆਨਾ ਕਰ ਗਏ ਸਨ, ਚਲੇ ਗਏ ਇਸ ਜਹਾਨ ਤੋਂ, ਪਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਮਤਲਬ ਭਰਾ ਨੇ, ਉਹ ਵੀ ਦਿਆਲਪੁਰੇ ਜਿਹੜੇ ਉਹ ਰਹਿ ਰਹੇ ਨੇ ਅੱਜ ਵੀ। ਬਾਬਾ ਲੱਖਾ ਸਿੰਘ ਜੀ ਦੀ ਔਲਾਦ ਜਿਹੜੀ ਆ ਉਹ ਹੈਗੀ ਹੈ। ਇਸ ਤੋਂ ਇਲਾਵਾ ਬਾਬਾ ਜੀ, ਸਿੱਖ ਕੌਮ ਦੇ ਜਰਨੈਲ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋਕੇ, ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਇਸ ਟਾਈਮ ਮੌਜੂਦ ਨੇ ਭਾਈ ਸਾਹਿਬ, ਲਗਾਤਾਰ ਸਾਡੇ ਨਾਲ ਬਾਬਾ ਜੀ ਬਣੇ ਹੋਏ ਨੇ। ਬਾਬਾ ਜੀ, ਕਿੰਨੇ ਗੁਰਦੁਆਰਾ ਸਾਹਿਬ ਨੇ ਬਾਬਾ ਸੁੱਖਾ ਸਿੰਘ ਜੀ ਦੇ ਨਾਮ 'ਤੇ ਮਾਝੇ ਦੀ ਧਰਤੀ ਦੇ ਵਿੱਚ,
ਕੀ ਕਹਿਣਾ ਚਾਹੋਗੇ ਇਸ ਕੀ ਇਸ ਦਾ ਇਤਿਹਾਸ ਹੈ? ਕਿੰਨੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਜਿਹੜੇ ਮਾਝੇ ਦੇ ਵਿੱਚ ਮੌਜੂਦ ਨੇ ਬਾਬਾ ਸੁੱਖਾ ਸਿੰਘ ਜੀ ਦੇ ਨਾਮ? ਹਾਂਜੀ, ਬਾਬਾ ਸੁੱਖਾ ਸਿੰਘ ਜੀ ਦੇ ਨਾਮ 'ਤੇ ਜੀ ਗੁਰਦੁਆਰਾ ਸਾਹਿਬ ਤੇ ਬਹੁਤ ਨੇ ਜੀ। ਇਸ ਨਗਰ ਦੇ ਵਿੱਚ ਵੀ ਜੇ ਆਪਾਂ ਵੇਖੀਏ ਤਾਂ 3 ਸਥਾਨ ਨੇ ਬਾਬਾ ਸੁੱਖਾ ਸਿੰਘ ਜੀ ਦੇ। ਗੁਰਦੁਆਰਾ ਜਨਮ ਸਥਾਨ ਜਿੱਥੇ ਬਾਬਾ ਚਤਰ ਸਿੰਘ ਜੀ ਨਿਹੰਗ ਸਿੰਘ ਜੀ ਸੇਵਾ ਕਰਵਾ ਰਹੇ ਨੇ, ਨਾਲ ਬਾਬਾ ਹਰਪਾਲ ਸਿੰਘ ਜੀ। ਦੂਸਰਾ ਸਥਾਨ ਆ ਗੁਰਦੁਆਰਾ ਬੌਲੀ ਸਾਹਿਬ ਜਿੱਥੇ ਬਾਬਾ ਹਰਭਜਨ ਸਿੰਘ ਜੀ ਸੱਚਖੰਡ ਵਾਸੀ ਉਹ ਸੇਵਾਵਾਂ ਕਰਵਾ ਰਹੇ ਸਨ। ਉਹਨਾਂ ਤੋਂ ਉਪਰੰਤ ਬਾਬਾ ਭਜਨ ਸਿੰਘ ਜੀ ਉਹਨਾਂ ਦੇ ਸੇਵਾਦਾਰ ਉਹ ਉੱਥੇ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਬੌਲੀ ਸਾਹਿਬ। ਇਹ ਤੀਸਰਾ ਸਥਾਨ ਹੈ ਗੁਰਦੁਆਰਾ ਢਾਬ ਸਾਹਿਬ ਜਿੱਥੇ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕਹਿਰੋਂ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਇੱਥੇ ਇਹ ਸੇਵਾ ਸ਼ੁਰੂ ਕੀਤੀ। ਬਾਬਾ ਕਰਤਾਰ ਸਿੰਘ ਜੀ ਤੋਂ ਪਹਿਲਾਂ ਬਾਬਾ ਚਰਨ ਸਿੰਘ ਜੀ ਮਹਾਂਪੁਰਸ਼, ਬਾਬਾ ਖੜਕ ਸਿੰਘ ਜੀ ਮਹਾਂਪੁਰਸ਼ ਉਹਨਾਂ ਨੇ ਇਸ ਸਥਾਨ 'ਤੇ ਸੇਵਾਵਾਂ ਨਿਭਾਈਆਂ। ਅਤੇ ਬਾਬਾ ਕਰਤਾਰ ਸਿੰਘ ਜੀ ਤੋਂ ਉਪਰੰਤ ਬਾਬਾ ਸੁਰਜੀਤ ਸਿੰਘ ਜੀ ਕਹਿਰੋਂ ਵਾਲੇ ਉਹ ਹੁਣ ਇਸ ਸਥਾਨ ਦੀ ਸੇਵਾ ਨਿਭਾ ਰਹੇ ਨੇ ਸੰਗਤਾਂ ਦੇ ਸਹਿਯੋਗ ਨਾਲ। ਅਤੇ ਮਾਝੇ ਦੇ ਅੰਦਰ ਹੋਰ ਵੀ ਗੁਰਦੁਆਰੇ ਅਨੇਕਾਂ ਨੇ ਬਾਬਾ ਸੁੱਖਾ ਸਿੰਘ ਜੀ ਦੇ ਨਾਮ 'ਤੇ। ਹਨੂੰਮਾਨਗੜ੍ਹ ਬੁੱਢਾ ਜੋੜ ਦੀ ਧਰਤੀ 'ਤੇ ਵੀ ਜਾਓ ਅਤੇ ਪੰਜਾਬ ਤੋਂ ਬਾਹਰ ਇਹ ਸਥਾਨ ਜਿਹੜੇ ਉਹ ਮਿਲਦੇ ਨੇ। ਬਾਬਾ ਜੀ ਜਿਹੜਾ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਕਿ ਬਾਬਾ ਮਹਿਤਾਬ ਸਿੰਘ ਜੀ ਜਿਹੜੇ ਕਿ ਨਾਲ ਹੀ ਉਸ ਟਾਈਮ 'ਤੇ ਸਿਰ ਲੈ ਕੇ ਆਏ ਸੀ ਉਹਨਾਂ ਦਾ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਉਸ ਟਾਈਮ 'ਤੇ ਵੇਸ਼ਵਾ ਨਾਚ ਕਰਾਇਆ, ਉਹਨਾਂ ਦੀ ਸ਼ਹੀਦੀ ਬਾਬਾ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਕਦੋਂ ਹੋਈ? ਉਹਨਾਂ ਦੇ ਜਨਮ ਜਿਹੜਾ ਕਦੋਂ ਹੋਇਆ ਉਸ ਦੇ ਬਾਰੇ ਸਿੱਖ ਸੰਗਤਾਂ ਨੂੰ ਕੀ ਜਾਣਕਾਰੀ ਦਿਓਗੇ? ਹਾਂਜੀ, ਬਾਬਾ ਮਹਿਤਾਬ ਸਿੰਘ ਜੀ ਦੀ ਜਦੋਂ ਸ਼ਹੀਦੀ ਦੀ ਗੱਲ ਆਪਾਂ ਕਰੀਏ ਤਾਂ ਮੀਰਾਕੋਟ ਵਿੱਚ ਉਹਨਾਂ ਦਾ ਜਨਮ ਹੋਇਆ ਜੀ, ਜੋ ਅੰਮ੍ਰਿਤਸਰ ਦੀ ਧਰਤੀ ਤੋਂ ਕੋਈ 10-12 ਕਿਲੋਮੀਟਰ ਦੇ ਅੰਦਰ ਹੀ ਆ ਉਹਨਾਂ ਦਾ ਨਗਰ। ਅਤੇ ਬਾਬਾ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਜਿਹੜੀ ਆ ਉਹ ਸੰਨ 1745 ਦੇ ਵਿੱਚ ਲਾਹੌਰ ਦੀ ਧਰਤੀ 'ਤੇ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਖਾਨ ਬਹਾਦਰ ਜ਼ਕਰੀਆ ਖਾਨ ਦੇ ਹੁਕਮਾਂ ਨਿਯਮਾਂ ਦੇ ਵਿੱਚ ਬਾਬਾ ਮਹਿਤਾਬ ਸਿੰਘ ਜੀ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਜੀ। ਠੀਕ ਹੈ। ਇਸ ਤੋਂ ਇਲਾਵਾ ਬਾਬਾ ਜੀ ਅੰਤ ਵਿੱਚ ਜਿੰਨੇ ਵੀ ਸਾਡੇ ਨਾਲ ਸਿੱਖ ਸੰਗਤਾਂ ਜੁੜੀਆਂ ਨੇ, ਰੋਜ਼ਾਨਾ ਪ੍ਰਾਈਮ ਦੇਖ ਰਹੇ ਨੇ, ਜਿੰਨੇ ਵੀ ਹੋਰ ਸੰਗਤ ਜੁੜੀ ਹੈ, ਅੰਤ ਵਿੱਚ ਉਹਨਾਂ ਨੂੰ ਕੀ ਸੁਨੇਹਾ, ਕੀ ਮੈਸੇਜ ਦੇਣਾ ਚਾਹੋਗੇ? ਇਸ ਪੂਰੇ ਵਾਰਤਾਲਾਪ ਨੂੰ ਦੱਸਣ ਤੋਂ ਬਾਅਦ, ਪੂਰੇ ਇਤਿਹਾਸ ਨੂੰ ਦੱਸਣ ਤੋਂ ਬਾਅਦ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਸੰਗਤਾਂ ਨੂੰ ਤੁਹਾਡਾ ਜਿਹੜਾ ਚੈਨਲ ਆ ਜੀ ਰੋਜ਼ਾਨਾ ਪ੍ਰਾਈਮ ਇਹਦਾ ਧੰਨਵਾਦ ਵੀ ਕਰਦੇ ਹਾਂ ਅਤੇ ਬੜੀ ਖੁਸ਼ੀ ਆ ਕਿ ਤੁਸੀਂ ਇਸ ਚੀਜ਼ ਨੂੰ ਸੰਗਤਾਂ ਵਿੱਚ ਲੈ ਕੇ ਜਾ ਰਹੇ ਹੋ। ਸੰਗਤਾਂ ਨੂੰ ਸੁਨੇਹਾ ਇਹੋ ਹੀ ਆ ਜੀ, ਜੋ ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਦੇ ਪਾਵਨ ਸਥਾਨ 'ਤੇ ਅਸੀਂ ਬੈਠੇ ਹਾਂ, ਇਹਨਾਂ ਤੋਂ ਸੇਧ 'ਤੇ ਬੜੀ ਵੱਡੀ ਜਿਹੜੀ ਆਪਾਂ ਘਟਨਾ ਖੂਹ ਵਿੱਚ ਛਾਲ ਮਾਰਨ ਵਾਲੀ ਮੈਂ ਪਹਿਲਾਂ ਵੀ ਕਹੀ ਆ ਕਿ ਉਹ ਬੜੀ ਵੱਡੀ ਇੱਕ ਸੇਧ ਬਿਆਨ ਕਰਦੀ ਆ। ਜਿਹੜਾ ਖੂਹ ਆ ਬਾਬਾ ਸੁੱਖਾ ਸਿੰਘ ਜੀ ਦਾ ਉਹ ਬੜਾ ਦਰਸਾ ਰਿਹਾ ਇਸ ਚੀਜ਼ ਨੂੰ ਕਿ ਕਿਸਾਂ ਦੀ ਕਿੰਨੀ ਜ਼ਰੂਰਤ ਆ ਸਾਨੂੰ। ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲੀਏ। ਬਾਬਾ ਸੁੱਖਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਉੱਚਾ ਸੁੱਚਾ ਆਪਣੇ ਆਚਰਣ ਨੂੰ ਰੱਖਿਆ ਹੈ। ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ 'ਤੇ ਵਾਧਾ ਨਹੀਂ ਕਰਨਾ ਅਤੇ ਕਿਸੇ ਦਾ ਵਾਧਾ ਜਰਨਾ ਵੀ ਨਹੀਂ। ਅਤੇ ਦੂਸਰਾ ਕਿ ਬਾਬਾ ਸੁੱਖਾ ਸਿੰਘ ਜੀ ਨੇ ਜੋ ਸੰਦੇਸ਼ ਇਹ ਦਿੱਤਾ ਕਿ ਕੇਸਾਂ ਨੂੰ ਸੰਭਾਲ ਕੇ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਗੁਰੂ ਵਾਲੇ ਬਣ ਕੇ ਅਸੀਂ ਆਪਣੇ ਜਿਹੜੇ ਧਰਮ ਦੇ ਅੰਦਰ, ਕਿਉਂਕਿ ਜਿਹੜੀ ਜ਼ਿੰਦਗੀ ਹੈ, ਜਿਹੜੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ। ਹਯਾਤ ਤੋਂ ਭਾਵ ਜ਼ਿੰਦਗੀ, ਕਿ ਜਿਹੜੀ ਸ਼ਹੀਦ ਦੀ ਮੌਤ ਆ ਉਹ ਕੌਮ ਦੀ ਜ਼ਿੰਦਗੀ ਆ। ਅਤੇ ਇਸ ਵਾਸਤੇ ਇਹ ਜ਼ਿੰਦਗੀ ਭਾਵੇਂ ਥੋੜ੍ਹੀ ਹੋਵੇ, ਜਿਉਣਾ ਭਾਵੇਂ ਥੋੜ੍ਹਾ ਹੋਵੇ, ਪਰ ਉਹ ਜਿਉਣਾ ਜਿਹੜਾ ਉਹ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਅਤੇ ਗੁਰੂ ਤੋਂ ਟੁੱਟ ਕੇ ਨਹੀਂ, ਗੁਰੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਹੜਾ ਉਹ ਬਸਰ ਕਰਨਾ ਚਾਹੀਦਾ ਹੈ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਜਿਹੜੀ ਖੰਡੇ ਬਾਟੇ ਦੀ ਪੌਲ ਆ ਉਹਨੂੰ ਅਸੀਂ ਲੈ ਕੇ ਆਪਣੇ ਜੀਵਨ ਵਿੱਚ ਹੰਡਾਉਣਾ ਕਰੀਏ ਅਤੇ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਜਿਹੜਾ ਵਾ ਵਧੀਆ ਢੰਗ ਦੇ ਨਾਲ ਇਸ ਸੰਸਾਰ ਵਿੱਚ ਨਿਭਾ ਕੇ ਜਾਈਏ।
ਸਾਡੇ ਨਾਲ ਸਾਡੇ ਚੈਨਲ ਤੇ ਬਣੇ ਰਹਿਣ ਲਈ, ਗੱਲਬਾਤ ਕਰਨ ਲਈ ਆਪ ਜੀ ਦਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਵੀ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ ਅਤੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅਦਕ ਤੋਂ ਲੈ ਕੇ ਨੰਨਾ ਟਿੱਪੀ ਕਿਤੇ ਵੀ ਸਾਡੇ ਕੋਲੋਂ ਬਾਬਾ ਜੀ ਕੋਲੋਂ, ਕਿਉਂਕਿ ਬਹੁਤ ਸਾਰੇ ਵਿਦਵਾਨ ਵੀ ਨੇ ਸੋਸ਼ਲ ਮੀਡੀਆ ਤੇ, ਬਹੁਤ ਸਾਰੇ ਵਿਦਵਾਨ ਵੀ ਵੇਖਦੇ ਨੇ, ਅਗਰ ਹੋਈ ਹੋਵੇ ਕਿਸੇ ਕਿਸਮ ਦੇ ਕੋਈ ਗੱਲ ਦੇ ਵਿੱਚ ਗਲਤੀ ਹੋਈ ਹੋਵੇ, ਮੇਰੇ ਵੱਲੋਂ ਹੋਈ ਹੋਵੇ, ਤਾਂ ਸੰਗਤ ਜਿਹੜੀ ਹੈ ਖਿਮਾ ਦੇ ਜਾਜਕਾਂ, ਜੋ ਵੀ ਮਤਲਬ ਸ਼ਹੀਦਾਂ ਦਾ ਇਤਿਹਾਸ ਆ, ਗੁਰੂਆਂ ਦਾ ਇਤਿਹਾਸ ਆ, ਇਹ ਮਨੁੱਖ ਕਈ ਜਨਮ ਲੈ ਕੇ ਵੀ ਇਸ ਨੂੰ ਪੂਰਾ ਨਹੀਂ ਕਰ ਸਕਦਾ। ਤੇ ਸਾਡੇ ਤੋਂ ਬੋਲਦਿਆਂ, ਇਤਿਹਾਸ ਬੋਲਦਿਆਂ, ਗੁਰਬਾਣੀ ਬੋਲਦਿਆਂ ਬਹੁਤ ਸਾਰੀਆਂ, ਬਹੁਤ ਜ਼ਿਆਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਇਤਿਹਾਸ ਜਿਹੜਾ ਖੋਜ ਮੰਗਦਾ ਹੈ, ਤੇ ਇਹ ਜਿਹੜੀਆਂ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਬੇਨਤੀ ਆ ਗੁਰੂ ਦੇ ਕਿ ਇਹ ਖਿਮਾ ਕਰਨਾ, ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਪ੍ਰਾਈਮ ਦੇ ਨਾਲ ਬਣੇ ਸਾਰੇ ਹੀ ਦਰਸ਼ਕਾਂ ਨੂੰ ਬਾਬਾ ਜੀ ਵੱਲੋਂ ਦੱਸੇ ਹੋਏ ਇਤਿਹਾਸ ਤੋਂ ਬਾਅਦ ਮੈਂ ਵੀ ਇੱਕ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਹਾਂ ਕਿ ਮਹਾਰਾਜ ਜੀ ਦੀ ਬਾਣੀ, ਜਿੰਨਾ ਵੀ ਇਤਿਹਾਸ ਦੱਸਿਆ, ਗੁਰੂਆਂ ਦੀ ਬਾਣੀ ਨੂੰ ਪੜ੍ਹਨ ਦੇ ਨਾਲ ਨਾਲ, ਹਾਜ਼ਰੀ ਲਵਾਉਣ ਦੇ ਨਾਲ ਨਾਲ, ਮੱਥੇ ਟੇਕਣ ਦੇ ਨਾਲ ਨਾਲ ਜੋ ਲਿਖਿਆ ਹੈ ਉਸ ਨੂੰ ਵੀ ਆਪਣੇ ਜੀਵਨ ਦੇ ਵਿੱਚ ਧਾਰੀਏ, ਤਾਂ ਜੋ ਆਪਣਾ ਆਉਣ ਵਾਲਾ ਜੀਵਨ ਹੈ ਜਿਹੜਾ ਉਹ ਸਫਲ ਬਣ ਸਕੇ। ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ, ਤੁਸੀਂ ਸਾਡੇ ਨਾਲ ਬਣੇ ਰਹੋ। ਕੈਮਰਾਮੈਨ ਸੁਖਬੀਰ ਸਿੰਘ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ।